ਸਤਿ ਸ਼੍ਰੀ ਅਕਾਲ ਜੀ। ਨਿਊਜ਼ ਏਸ਼ੀਆ ਪੰਜਾਬੀ ਦੇਖ ਰਹੇ ਹੋ ਤੁਸੀਂ। ਮੇਰਾ ਨਾਮ ਹੈ ਕੁਲਵੰਤ ਸਿੰਘ। ਕੋਈ ਵੇਲਾ ਸੀ ਜਦੋਂ ਸਾਂਝਾ ਪਰਿਵਾਰ ਹੋਇਆ ਕਰਦਾ ਸੀ। 20 ਤੋਂ 25 ਮੈਂਬਰ ਇੱਕ ਪਰਿਵਾਰ ਦੇ ਹੋਇਆ ਕਰਦੇ ਸਨ। ਕਮਾਉਣ ਵਾਲੇ ਜਿੰਨੇ ਮਰਜ਼ੀ ਹੋਣ, ਲੇਕਿਨ ਤੰਦਰੁਸਤੀ ਲੈਵਲ ਜਿਹੜਾ ਪਰਿਵਾਰ ਦਾ ਉਹ 100% ਹੋਇਆ ਕਰਦਾ ਸੀ। ਅੱਜ ਪਰਿਵਾਰ ਦੇ ਮੈਂਬਰਾਂ ਦੀ ਗਿਣਤੀ ਘਟ ਚੁੱਕੀ ਹੈ, ਉਹ 4 ਤੋਂ 5 ਆ ਚੁੱਕੀ ਹੈ ਤੇ ਉਹਨਾਂ ਦੇ ਵਿੱਚੋਂ ਤੰਦਰੁਸਤੀ ਲੈਵਲ ਘਟ ਕੇ ਜਿਹੜਾ ਉਹ ਅੱਧ ਤੇ ਆ ਗਿਆ। ਯਾਨੀ ਕਿ ਜੇ 6 ਮੈਂਬਰਾਂ ਦਾ ਪਰਿਵਾਰ ਹੈ ਤਾਂ ਉਹਦੇ ਵਿੱਚ 3 ਮੈਂਬਰ ਬਿਮਾਰ ਨੇ ਤੇ ਕਮਾਉਣ ਵਾਲਾ ਇੱਕ ਹੈ, ਤੇ ਉਹਦੇ ਵਿੱਚੋਂ ਵੀ ਉਹਨਾਂ ਦੀ ਕਮਾਈ ਅੱਧੀ ਕਮਾਈ ਦੇ ਲਗਭਗ ਜਿਹੜੀ ਆ ਉਹ ਡਾਕਟਰਾਂ ਕੋਲ ਚਲੀ ਜਾਂਦੀ ਹੈ। ਇਹ ਵਰਤਾਰਾ ਕਦੋਂ ਤੱਕ ਚੱਲੇਗਾ? ਕੀ ਅਸੀਂ ਇਸੇ ਤਰ੍ਹਾਂ ਬਿਮਾਰ ਹੁੰਦੇ ਰਹਾਂਗੇ? ਕੀ ਇਹ ਸਾਡੇ ਇਸੇ ਤਰ੍ਹਾਂ ਸਾਰੀ ਕਮਾਈ ਡਾਕਟਰਾਂ ਕੋਲ ਜਾਂਦੀ ਰਹੇਗੀ? ਕੀ ਅਸੀਂ ਡਾਕਟਰਾਂ ਲਈ ਕੰਮ ਕਰ ਰਹੇ ਹਾਂ? ਕੀ ਅਸੀਂ ਬਿਮਾਰ ਹੋਣ ਲਈ ਧਰਤੀ ਤੇ ਆਏ ਹਾਂ? ਕੀ ਅਸੀਂ ਤਕਲੀਫਾਂ ਸਹਿੰਦੇ ਰਹਿ ਜਾਵਾਂਗੇ? ਕਿ ਅੰਤ ਤੱਕ ਸਾਡਾ ਇਹੋ ਹਾਲ ਰਹਿਣਾ ਹੈ? ਇਹ ਇੱਕ ਅਜਿਹਾ ਵਿਸ਼ਾ ਹੈ ਜਿਸ ਦਾ ਹਾਲੇ ਤੱਕ ਕਿਸੇ ਕੋਲ ਕੋਈ ਜਵਾਬ ਨਹੀਂ ਹੈ। ਪਰ ਅੱਜ ਅਸੀਂ ਗੱਲਬਾਤ ਕਰਾਂਗੇ ਡਾਕਟਰ ਵਰਿੰਦਰ ਸਿੰਘ ਭੁੱਲਰ ਹੋਣਾ ਕੋਲੇ। ਇਹਨਾਂ ਦੇ ਨਾਲ ਇਹ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਕੀ ਇਹਨਾਂ ਗੱਲਾਂ ਦਾ ਇਹਨਾਂ ਕੋਲੇ ਕੋਈ ਜਵਾਬ ਹੈ, ਜਾਂ ਫਿਰ ਇਹ ਵੀ ਉਹੀ ਕਹਿਣਗੇ ਕਿ ਸਭ ਰੱਬ ਦੀ ਮਰਜ਼ੀ ਹੈ। ਡਾਕਟਰ ਸਾਹਿਬ, ਤੁਹਾਡਾ ਨਿਊਜ਼ ਏਸ਼ੀਆ ਪੰਜਾਬੀ ਤੇ ਬਹੁਤ ਬਹੁਤ ਸਵਾਗਤ ਹੈ ਜੀ। ਨਿਊਜ਼ ਏਸ਼ੀਆ ਸਾਰੀ ਚੈਨਲ ਟੀਮ ਦਾ ਔਰ ਦੇਖ ਰਹੇ ਦਰਸ਼ਕਾਂ ਨੂੰ ਮੇਰੀ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਡਾਕਟਰ ਸਾਹਿਬ, ਇਨਸਾਨ ਬਿਮਾਰ ਹੋਣ ਲਈ ਤਾਂ ਨਹੀਂ ਬਣਿਆ ਸੀ, ਧਰਤੀ ਤੇ ਆਇਆ ਸੀ। ਕੋਈ ਵੇਲਾ ਸੀਗਾ ਜਦੋਂ ਆਪਾਂ ਪੁਰਾਣੇ ਪੁਰਾਤਨ ਕਥਾਵਾਂ ਦੇ ਵਿੱਚ ਵੀ ਸੁਣਦੇ ਹਾਂ, ਵੇਦ ਪੁਰਾਣਾਂ ਦੇ ਵਿੱਚ ਵੀ ਸੁਣਦੇ ਹਾਂ, 400 ਸਾਲ ਦਾ 500 ਸਾਲ ਦਾ ਜਿਹੜੇ ਸਾਧੂ ਸੰਤ ਹੋਇਆ ਕਰਦੇ ਸੀ, ਇੰਨੀ ਦੀ ਲੰਬੀ ਉਮਰ ਭੋਗ ਕੇ ਜਿਹੜੇ ਧਰਤੀ ਤੋਂ ਜਾਇਆ ਕਰਦੇ ਸੀ, ਤੰਦਰੁਸਤ ਹੁੰਦੇ ਸੀਗੇ। ਪਹਾੜਾਂ ਤੇ ਚੜ੍ਹ ਕੇ ਉਹ ਤਪੱਸਿਆ ਕਰਦੇ ਸੀ। ਪਹਾੜ ਤੇ ਅੱਜ ਕੱਲ੍ਹ ਤਾਂ ਬੰਦੇ ਤੋਂ ਕੋਠੇ ਤੇ ਨਹੀਂ ਚੜ੍ਹਿਆ ਜਾਂਦਾ, ਜਿਹੜਾ ਪੌੜੀ ਨਹੀਂ ਚੜ੍ਹੀ ਜਾਂਦੀ ਉਸ ਤੋਂ, ਉਹ ਪਹਾੜਾਂ ਤੇ ਚੜ੍ਹ ਕੇ ਬੈਠੇ ਰਿਹਾ ਕਰਦੇ ਸੀ। ਉੱਥੇ ਇੰਨੀ ਦੇਰ ਤਪੱਸਿਆ ਕਰਦੇ ਸੀਗੇ। ਲੰਮੀਆਂ ਦਾੜੀਆਂ, ਚਿੱਟੀ ਦਾੜੀਆਂ ਜਿਹੜੀਆਂ, ਇੰਨੀ ਉਮਰ 300 ਸਾਲ 400 ਸਾਲ। ਇਹ ਕੀ ਹੋ ਗਿਆ ਇਨਸਾਨ ਨੂੰ? ਕਿੱਥੇ ਖਲੋਤ ਹੈ? ਕੁਲਵੰਤ ਜੀ, ਤੁਹਾਡਾ ਸਵਾਲ ਬਹੁਤ ਅੱਛਾ ਹੈ। ਅਲਟੀਮੇਟ ਇਸ ਸਾਰੀ ਚੀਜ਼ ਨੂੰ, ਇਸ ਸਾਰੇ ਦੇ ਸਾਰੇ ਸਵਾਲ ਨੂੰ ਮੈਂ ਇੱਕ ਸ਼ਾਰਟ ਦੇ ਵਿੱਚ ਆਨਸਰ ਚੱਕਰ ਮੈਨੂੰ ਕਰਨਾ ਚਾਹਾਂ ਤਾਂ ਇਹਦੇ 'ਚ ਮੈਂ ਇੱਕੋ ਚੀਜ਼ ਸਮਝਾਉਣੀ ਚਾਹੂੰਗਾ ਦਰਸ਼ਕਾਂ ਨੂੰ ਵੀ ਕਿ ਦੇਖੋ, ਸਾਨੂੰ ਪਹਿਲਾਂ ਇਹ ਜਿਹੜਾ ਸਰੀਰ ਹੈ, ਸਾਡੀ ਬਾਡੀ ਹੈ, ਇਹਦੀ ਫਿਲਾਸਫੀ ਸਾਨੂੰ ਸਮਝਣੀ ਪਏਗੀ। ਇਹ ਪਰਮਾਤਮਾ ਨੇ ਇਹਨੂੰ ਕੁਦਰਤੀ ਸਾਇੰਸ ਤੇ ਕੁਦਰਤੀ ਨਿਯਮ 'ਚ ਬਣਾਇਆ, ਤੇ ਜੇ ਅਸੀਂ ਇਹਨੂੰ ਜਿੰਦਾ ਰੱਖਣਾ ਹੈ, ਲੰਬਾ ਟਾਈਮ ਚਲਾਉਣਾ ਹੈ, 100 ਸਾਲ ਤੱਕ ਲੈ ਕੇ ਜਾਣਾ, ਤਾਂ ਸਾਨੂੰ ਕੁਦਰਤੀ ਨਿਯਮ ਹੀ ਫੋਲੋ ਕਰਨਾ ਪਏਗਾ। ਠੀਕ ਹੈ। ਅਸੀਂ ਉਸ ਨਿਯਮ ਤੋਂ ਉਲਟ ਜਾ ਕੇ ਜਾਂ ਨਿਯਮ ਨੂੰ ਤੋੜ ਕੇ ਕਹੀਏ ਕਿ ਇਹਨੂੰ ਅਸੀਂ 100 ਸਾਲ ਤੱਕ ਲੈ ਕੇ ਜਾਵਾਂਗੇ, ਉਹ ਚੀਜ਼ ਦੀ ਪੋਸੀਬਿਲਿਟੀ ਨਹੀਂ ਹੈ। ਅਗਰ ਪੁਰਾਣੇ ਸਮੇਂ 'ਤੇ ਬਜ਼ੁਰਗ ਸਾਡੇ ਇੰਨੀ ਲੰਬੀ ਉਮਰ ਲੈ ਕੇ ਜਾਂਦੇ ਸੀ ਤਾਂ ਬਾਡੀ ਤੇ ਜੀਵਨ ਦੋਨੋਂ ਹੀ ਕੁਦਰਤੀ ਨਿਯਮ 'ਚ ਕੰਮ ਕਰ ਰਹੇ ਸੀ। ਅੱਜ ਨਾ ਬਾਡੀ ਨਿਯਮ 'ਚ ਹੈਗੀ ਹੈ ਕੁਦਰਤ ਦੇ, ਨਾ ਜੀਵਨ ਕੁਦਰਤੀ ਨਿਯਮ ਦੇ ਵਿੱਚ ਹੈਗਾ। ਨੋ ਡਾਊਟ ਅੱਜ ਦੀ ਦੁਨੀਆ ਦੇ ਵਿੱਚ ਉਹਨੂੰ ਅਸੀਂ ਗਰੋਥ ਕਹਿ ਦਿੰਦੇ, ਤਰੱਕੀ ਕਹਿ ਦਿੰਦੇ ਹੈਗੇ ਆ। ਬਾਕੀ ਅੱਗੇ ਡਿਸਕਸ਼ਨ ਕਰਾਂਗੇ ਔਰ ਕੋਸ਼ਿਸ਼ ਕਰਾਂਗੇ ਕਿ ਇਹਨੂੰ ਸਾਨੂੰ ਇਸ ਅੱਜ ਤੋਂ ਬਾਅਦ ਤਰੱਕੀ ਕਹਿਣਾ ਚਾਹੀਦਾ ਜਾਂ ਨਹੀਂ ਕਹਿਣਾ ਚਾਹੀਦਾ। ਬਟ ਜਿਹੜੀ ਫਿਲਾਸਫੀ ਹੈ, ਉਹ ਚਾਹੇ ਸਤਯੁਗ ਸੀ, ਚਾਹੇ ਦੁਆਪਰ ਸੀ, ਚਾਹੇ ਤ੍ਰੇਤਾ ਸੀ, ਚਾਹੇ ਅੱਜ ਕਲਯੁਗ ਹੈ, ਉਹ ਕੁਦਰਤ ਦੀ, ਨੇਚਰ ਦੀ ਔਰ ਉਹਦੇ ਨਿਯਮ ਦੀ ਉਹ ਹਮੇਸ਼ਾ ਸੇਮ ਰਹਿੰਦੀ। ਉਹ 'ਚ ਕਦੀ ਬਦਲਾਅ ਨਹੀਂ ਆਉਂਦਾ ਹੈਗਾ। ਜੋ ਇਨਸਾਨ ਨੇ ਬਣਾਇਆ ਉਹਦੇ ਵਰਜ਼ਨ ਚੇਂਜ ਹੋ ਸਕਦੇ ਨੇ। ਉਹ ਇਨਸਾਨ ਨੇ ਮੋਬਾਈਲ ਬਣਾਇਆ, ਹਰ ਮਹੀਨੇ ਬਾਅਦ ਉਹਦੇ 'ਚ ਵਰਜ਼ਨ ਬਦਲ ਜਾਂਦਾ ਹੈਗਾ, ਉਹਨੂੰ ਅਪਡੇਟ ਕਰਨਾ ਪੈਂਦਾ। ਲੇਕਿਨ ਜਿਹਨੂੰ ਕੁਦਰਤ ਨੇ ਬਣਾਇਆ ਉਹਨੇ ਕੁਦਰਤੀ ਨਿਯਮ ਦੇ ਮੁਤਾਬਕ ਹੀ ਉਹਨੂੰ ਅਪਡੇਟ ਰਹਿਣਾ ਪਏਗਾ, ਉਹਨੂੰ ਫੋਲੋ ਕਰਨਾ ਹੀ ਪਏਗਾ। ਉਹ ਚਾਹੇ ਕਿਸੇ ਵੀ ਯੁੱਗ ਦੇ ਵਿੱਚ, ਚਾਹੇ 21st ਸੈਂਚੁਰੀ 'ਚ ਜਿਉ ਰਿਹਾ, 31st ਸੈਂਚੁਰੀ ਚਲੇ ਜਾਏ, ਚਾਹੇ 41st ਇਨ ਫਿਊਚਰ 51st ਆ ਜਾਏਗੀ, ਲੇਕਿਨ ਨਿਯਮ ਕੁਦਰਤੀ ਹੀ ਲਾਗੂ ਹੋਏਗਾ। ਸ਼ਾਰਟ 'ਚ ਇਹ ਕਹਾਂ ਕਿ ਅਗਰ ਬੱਚੇ ਨੇ ਜਨਮ ਲੈਣਾ ਹੈ ਤਾਂ ਮਾਂ ਦਾ ਗਰਭ ਅੱਜ ਤੋਂ ਲੱਖਾਂ ਸਾਲ ਪਹਿਲਾਂ ਵੀ ਚਾਹੀਦਾ ਸੀ, ਤੇ ਅੱਜ ਵੀ ਚਾਹੀਦਾ, ਤੇ ਆਉਣ ਵਾਲੇ ਸਮੇਂ 'ਚ ਵੀ ਚਾਹੀਦਾ। ਜੇ ਕਿਸੇ ਨੂੰ ਲੱਗਦਾ ਹੈ ਕਿ ਇਹਨੂੰ ਅਸੀਂ ਬੰਦ ਕਮਰੇ 'ਚ ਬੱਚੇ ਦੀ ਬੋਡੀ ਬਣਾ ਲਵਾਂਗੇ, ਜੇ ਬਣ ਵੀ ਜਾਏਗੀ ਤਾਂ ਉਹ ਇੰਨੀ ਤਾਕਤ ਤੇ ਇੰਨੀ ਇਮਿਊਨਿਟੀ ਰੱਖਣ ਵਾਲੀ ਨਹੀਂ ਹੋਏਗੀ। ਉਹ ਇੱਕ ਮਾਤਰ ਬੋਡੀ ਹੋਏਗੀ, ਇਸ ਉੱਤੇ ਕੁਛ ਨਹੀਂ ਹੋਏਗਾ। ਇਹ ਬਿਮਾਰ ਤੁਸੀਂ ਦੱਸਿਆ ਵੀ ਇਹਦੇ ਕਾਰਨ ਜਿਹੜੇ ਨੇ ਉਹ ਅਸੀਂ ਨੇਚਰ ਦੇ ਨਾਲ ਛੇੜਛਾੜ ਕੀਤੀ ਹੈ, ਨੇਚਰ ਤੋਂ ਪਰਾਂ ਹੋ ਕੇ ਜਾਣ ਦੀ ਕੋਸ਼ਿਸ਼ ਕੀਤੀ ਹੈ, ਜਿਹਦੇ ਕਰਕੇ ਜਿਹੜਾ ਸਾਡਾ ਇਹ ਹਾਲ ਹੋ ਰਿਹਾ। ਨੇਚਰ ਨੂੰ ਸਾਨੂੰ ਫੋਲੋ ਕਰਨਾ ਹੀ ਪੈਣਾ, ਤੇ ਉਹਦੇ ਲਈ ਤੁਸੀਂ ਉਦਾਹਰਨ ਦਿੱਤੀ ਹੈ ਕਿ ਅਸੀਂ ਜਿੰਨਾ ਮਰਜ਼ੀ ਕੋਸ਼ਿਸ਼ ਕਰ ਲਈਏ, ਮਾਂ ਦੇ ਗਰਭ ਤੋਂ ਬਿਨਾਂ ਜਿਹੜਾ ਇਨਸਾਨ ਪੈਦਾ ਨਹੀਂ ਹੋ ਸਕਦਾ। ਜੇ ਹੋਏਗਾ ਵੀ ਤਾਂ ਫਿਰ ਉਹ ਬਿਮਾਰੀਆਂ ਨਾਲ ਘਿਰਿਆ ਰਹੇਗਾ, ਉਨੀ ਉਹਦੀ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਨਹੀਂ ਹੋਏਗੀ, ਤੇ ਉਹ ਇਨਸਾਨ ਦੇ ਰੂਪ ਦੇ ਵਿੱਚ ਧਰਤੀ ਦਾ
ਤੇ ਜਨਮ ਨਹੀਂ ਲੈ ਸਕਦਾ ਜਿਸ ਇਨਸਾਨ ਦੇ ਰੂਪ ਦੇ ਵਿੱਚ ਉਸ ਨੂੰ ਪਰਮਾਤਮਾ ਭੇਜਦਾ। ਪਰ ਇੱਥੇ ਸਵਾਲ ਇਹ ਪੈਦਾ ਹੁੰਦਾ ਹੈ ਕਿ ਇਨਸਾਨ ਬਿਮਾਰ ਫਿਰ ਵੀ ਹੋ ਰਿਹਾ। ਸਮਾਂ ਲੰਘ ਗਿਆ, ਜੇ ਜਿਹੜਾ ਸਤਯੁਗ, ਤ੍ਰੇਤਾ, ਦੁਆਪਰ ਜੇ ਇਹ ਲੰਘ ਗਏ ਤਾਂ ਸਮਾਂ ਵੀ ਲੰਘਿਆ ਤੇ ਹੁਣ ਅਸੀਂ ਕਲਯੁਗ ਦੇ ਵਿੱਚ ਜੀ ਰਹੇ ਹਾਂ। ਆਪਣੇ ਕਰਮਾਂ ਦੇ ਅਨੁਸਾਰ ਜਿਹੜਾ ਸਾਨੂੰ ਆਪਣੇ ਫਲ ਵੀ ਭੋਗਣੇ ਪੈ ਰਹੇ ਨੇ। ਸਾਡੇ ਵੇਦ ਗ੍ਰੰਥ ਵੀ ਜਿਹੜੇ ਅੱਗੇ ਗਿਆਨ ਦਿੰਦੇ ਨੇ ਕਿ ਜਿੱਦਾਂ ਦੇ ਕਰਮ ਕਰਾਂਗੇ ਉੱਦਾਂ ਦੇ ਸਾਨੂੰ ਫਲ ਮਿਲਣਗੇ। ਵਾਤਾਵਰਨ ਅਸੀਂ ਸਾਰਾ ਆਪਣਾ ਖਰਾਬ ਕਰ ਲਿਆ ਤੇ ਉਹਦੇ ਫਲ ਸਾਨੂੰ ਭੁਗਤਣੇ ਪੈ ਰਹੇ ਨੇ। ਪਰ ਇੱਕ ਦੀ ਜਿਹੜੀ ਕਈ ਕੁਝ ਜਿਹੜੇ ਇਨਸਾਨਾਂ ਦੀ ਗਲਤੀ, ਜਿਹੜੀ ਕੀਮਤ ਹੈ, ਉਹ ਸਾਰੀ ਇਨਸਾਨੀਅਤ ਨੂੰ ਭੁਗਤਣੀ ਪੈ ਰਹੀ ਹੈ। ਤਾਂ ਫਿਰ ਹੁਣ ਇਹਦਾ ਹੱਲ ਕੀ ਹੈ? ਕਿੱਦਾਂ ਅਸੀਂ ਇਸ ਨੂੰ ਬਚੀਏ? ਕਿ ਐਲੋਪੈਥੀ ਜਾਂਦੇ ਹਾਂ ਤਾਂ ਉੱਥੇ ਜਿਹੜੀਆਂ ਦਵਾਈਆਂ ਇਸ ਤਰ੍ਹਾਂ ਦੀਆਂ ਮਿਲਦੀਆਂ ਨੇ, ਸਾਈਡ ਇਫੈਕਟ ਬਹੁਤ ਨੇ। ਦੂਜੀਆਂ ਪੱਧਤੀਆਂ ਦੇ ਵਿੱਚ ਜਾਂਦੇ ਹਾਂ, ਕਿਤੋਂ ਵੀ ਜਿਹੜਾ ਉਹ ਮਿਲ ਨਹੀਂ ਰਿਹਾ, ਸਕੂਨ ਨਹੀਂ ਮਿਲ ਰਿਹਾ ਮਨ ਨੂੰ। ਕਿੱਥੇ ਜਾਈਏ? ਇੱਕ ਬੰਦਾ 3-3 4-4 ਬਿਮਾਰੀਆਂ ਚੱਕੀ ਫਿਰਦਾ ਤੇ ਹਰ ਬਿਮਾਰੀ ਦਾ ਵੱਖਰਾ ਵੱਖਰਾ ਜਿਹੜਾ ਮਾਹਰ ਡਾਕਟਰ ਹੈ ਉਹ ਥੱਬਾ ਦਵਾਈਆਂ ਦਾ ਚੁਕਾ ਦਿੰਦਾ ਹੈ। ਕਈ ਵਾਰ ਤਾਂ ਇੱਕ ਜਿਹੜੀ ਇਹ ਦਵਾਈ, ਜਿਹੜੇ ਬਿਮਾਰੀ ਦੇ ਵਿੱਚ 4-4 ਬਿਮਾਰੀਆਂ ਦੀਆਂ ਦਵਾਈਆਂ ਦਿੱਤੀਆਂ ਜਾਂਦੀਆਂ ਤੇ ਉਹ ਇੱਕੋ ਬਿਮਾਰੀ ਨੂੰ ਇੱਕ ਦਵਾਈ ਠੀਕ ਕਰਨ ਵਾਲੀ ਹੁੰਦੀ ਹੈ, ਪਰ ਉਹ ਚਾਰਾਂ ਦੇ ਵਿੱਚ ਅੱਡ ਪਾਈ ਹੁੰਦੀ ਹੈ। ਜਾਵੇ ਕਿੱਥੇ ਇਨਸਾਨ? ਰਮਨ ਜੀ, ਸਭ ਤੋਂ ਪਹਿਲੀ ਚੀਜ਼ ਜਿਹੜੀ ਸਾਨੂੰ ਸਮਝਣੀ ਪਏਗੀ ਕਿ ਸਾਨੂੰ ਸਿਹਤ ਦਾ ਜਿਹੜਾ ਗਿਆਨ ਹੈ ਇਹਨੂੰ ਜੀਵਨ ਦਾ ਹਿੱਸਾ ਬਣਾਉਣਾ ਪਏਗਾ। ਇਹ ਪਹਿਲੀ ਚੀਜ਼ ਹੈ। ਰੀਜ਼ਨ ਦੱਸ ਦਿੰਦਾ, ਇਹ ਜਿਹੜੀ 21st ਸੈਂਚੁਰੀ ਹੈ, ਇਨਫੋਰਮੇਸ਼ਨ ਤੇ ਗਿਆਨ ਔਰ ਵਿਗਿਆਨ ਦੀ ਸਦੀ ਹੈ, ਠੀਕ ਹੈ। ਔਰ ਗਿਆਨ ਔਰ ਵਿਗਿਆਨ ਦੀ ਸਦੀ ਦੇ ਵਿੱਚ ਹਮੇਸ਼ਾ ਹੀ ਜੇ ਅਸੀਂ ਜਿੰਦਾ ਰਹਿਣਾ ਤਾਂ ਸਾਨੂੰ ਗਿਆਨ ਗੇਨ ਕਰਨਾ ਪਏਗਾ, ਨੌਲੇਜ ਨੂੰ ਗੇਨ ਕਰਨਾ ਪਏਗਾ, ਗਿਆਨ ਨੂੰ ਇਕੱਠਾ ਕਰਕੇ ਰੱਖਣਾ ਪਏਗਾ। ਤਾਂ ਹੀ ਤੁਸੀਂ ਸਮਝ ਪਾਓਗੇ ਕਿ ਇਹ ਜਿਹੜੀ ਵਿਗਿਆਨ ਹੈ ਜਾਂ ਵਿਗਿਆਨ 'ਚੋਂ ਨਿਕਲੀ ਹੋਈ ਕੋਈ ਵੀ ਟੈਕਨੀਕ ਹੈ ਤੁਹਾਡੇ ਫਾਇਦੇ ਲਈ ਕਿੰਨੀ ਹੈ ਤੇ ਤੁਹਾਡੇ ਨੁਕਸਾਨ ਦੇ ਲਈ ਕਿੰਨੀ ਹੈ। ਇਸ ਸਦੀ 'ਚ ਜਿਹੜਾ ਵੀ ਇਨਸਾਨ ਆਪਣੇ ਦਿਮਾਗ ਤੇ ਅੱਖਾਂ ਨੂੰ ਬੰਦ ਕਰਕੇ ਚੱਲੇਗਾ ਉਹਦਾ ਸ਼ੋਸ਼ਣ ਹੋਏਗਾ, ਉਹਦੇ 'ਤੇ ਐਕਸਪੈਰੀਮੈਂਟ ਹੋਏਗਾ, ਸਭ ਕੁਝ ਹੋਏਗਾ। ਉਹ ਬਾਅਦ 'ਚ ਬਲੇਮ ਨਹੀਂ ਕਰ ਪਾਏਗਾ, ਠੀਕ ਆ। ਔਰ ਇਹਨੂੰ ਗਿਆਨ ਨੂੰ ਹਾਸਲ ਕਰਨਾ, ਹੈਲਥ ਦੇ ਗਿਆਨ ਨੂੰ ਹਾਸਲ ਕਰਨਾ, ਇਹ ਸ਼ੌਂਕ ਨਹੀਂ, ਇਹ ਮਜਬੂਰੀ ਬਣਾਉਣੀ ਪਏਗੀ ਸਾਨੂੰ, ਅਗਰ ਅਸੀਂ ਇਸ ਪਲੈਨਟ 'ਤੇ ਲੰਬਾ ਟਾਈਮ ਜਿੰਦਾ ਰਹਿਣਾ ਹੈ ਤਾਂ। ਦੂਸਰੀ ਚੀਜ਼ ਇਹ ਹੈਗੀ ਕਿ ਤਕਰੀਬਨ ਅੱਜ ਹਰ ਘਰ ਦੇ ਵਿੱਚ ਜੇ 5 ਤੋਂ 6 ਮੈਂਬਰ ਨੇ, ਜਿਵੇਂ ਕਿ ਤੁਸੀਂ ਵੀ ਪਹਿਲਾਂ ਗੱਲ ਕਹੀ ਹੈ ਕਿ ਪਹਿਲਾਂ 20 ਤੋਂ 25 ਦਾ ਇੱਕ ਪਰਿਵਾਰ ਹੁੰਦਾ ਸੀ, ਜੁਆਇੰਟ ਫੈਮਿਲੀ ਸੀ, ਲੇਕਿਨ ਉਹ ਜਿਵੇਂ ਅੱਗੇ ਸਮਾਂ ਬਦਲਿਆ, ਬੱਚਿਆਂ ਨੂੰ ਪੜ੍ਹਾਉਣਾ ਸ਼ੁਰੂ ਕਰ ਦਿੱਤਾ ਗਿਆ। ਜਿਵੇਂ ਬੱਚੇ ਪੜ੍ਹ ਗਏ, ਦੈਨ ਆਪਣੇ ਪ੍ਰੋਫੈਸ਼ਨ ਨੂੰ ਲੈ ਕੇ ਕੋਈ ਜੌਬ 'ਚ ਚਲਾ ਗਿਆ, ਕੋਈ ਫੋਰਨ ਚਲਾ ਗਿਆ, ਕੋਈ ਕਿਸੇ ਨੇ ਸ਼ਹਿਰ ਆ ਕੇ ਦੁਕਾਨ ਪਾ ਲਈ, ਤਾਂ ਉਹ ਫੈਮਿਲੀ ਦੇ ਅੱਗੇ ਹਿੱਸੇ ਬਣ ਗਏ। ਜਦੋਂ ਹਿੱਸੇ ਬਣੇ ਤਾਂ 20-25 ਤੋਂ ਉਹ 5-6, 4-5 ਜਾਂ 5-6 ਦੀ ਰੇਸ਼ੋ 'ਚ ਬਣ ਗਏ। ਅੱਛਾ, ਅੱਜ ਜਿਹੜੇ ਉਹ 5-6 ਪਰਿਵਾਰਕ ਮੈਂਬਰ ਨੇ ਹਰ ਫੈਮਿਲੀ 'ਚ, ਅੱਜ 20 ਤੋਂ 25 ਨਹੀਂ, ਅੱਜ 5 ਤੋਂ 6 ਹੈ, ਠੀਕ ਹੈ। ਆ ਜਿਹੜੇ 5 ਤੋਂ 6 ਪਰਿਵਾਰਕ ਮੈਂਬਰ ਨੇ ਉਹਦੇ ਵਿੱਚੋਂ 2 ਤੋਂ 3 ਡਿਕਲੇਅਰਡ ਪੇਸ਼ੈਂਟ ਨੇ। ਐਵਰੇਜ ਹੈ, ਇਹ ਮਿਨੀਮਮ ਹੈ, ਠੀਕ ਹੈ। ਕਈਆਂ ਦੀ ਮੈਕਸਿਮਮ ਵੀ ਹੋ ਸਕਦੀ। 2 ਤੋਂ 3 ਡਿਕਲੇਅਰਡ ਦਾ ਮਤਲਬ ਕੀ ਹੈ? ਜਿਹਦਾ ਰੋਟੀ ਬਿਨਾਂ ਸਰਦਾ ਪਰ ਦਵਾਈ ਬਿਨਾਂ ਨਹੀਂ ਸਰਦਾ। ਜਿਹੜਾ ਘਰੋਂ ਜਦੋਂ ਬਾਹਰ ਨਿਕਲਦਾ ਹੈ ਤਾਂ ਕੱਪੜੇ ਦੀ ਪੈਕਿੰਗ ਤੋਂ ਪਹਿਲਾਂ ਆਪਦੀ ਦਵਾਈ ਦੀ ਪੈਕਿੰਗ ਚੈੱਕ ਕਰਦਾ ਕਿ ਮੇਰਾ ਦਵਾਈਆਂ ਵਾਲਾ ਡੱਬਾ ਕਿਤੇ ਘਰੇ ਤੇ ਨਹੀਂ ਰਹਿ ਗਿਆ ਹੈਗਾ, ਕਿਉਂਕਿ ਉੱਥੇ ਜਾ ਕੇ ਚਾਹ ਵੀ ਪੀਣੀ ਤੇ ਬਾਅਦ ਐਸਿਡ ਵੀ ਬਣਨਾ, ਰਾਤ ਨੂੰ ਰੋਟੀ ਵੀ ਖਾਣੀ। ਅਗਲੇ ਨੇ ਜੇ ਐਜ਼ ਏ ਗੈਸਟ ਗਏ, ਅਗਲੇ ਰਾਤ ਨੂੰ ਪਨੀਰ ਨੂੰ ਤੜਕਾ ਵੀ ਲਗਾ ਲੈਣਾ ਤੇ ਫਿਰ ਰਾਤ ਨੂੰ ਕੁਝ ਖਾ ਕੇ ਸੌਣਾ ਪੈਣਾ, ਸੁਬਾਹ ਫਿਰ ਬੀਪੀ ਦੀ ਗੋਲੀ ਖਾਣੀ ਪੈਣੀ। ਉਹ ਸਾਰਾ ਮੈਥਡ ਉਹਨੂੰ ਸਾਰੇ ਨੂੰ ਕੰਫਰਟੇਬਲ ਕਰਨ ਦੇ ਲਈ ਉਹ ਚੀਜ਼ ਨੂੰ ਫੋਲੋ ਕਰ ਰਿਹਾ ਹੈਗਾ। ਅੱਛਾ, ਦੂਸਰੀ ਵੱਡੀ ਕੀ ਗੱਲ ਹੈਗੀ, ਜਿਹੜੇ ਇਹ 2 ਤੋਂ 3 ਜਿਹੜੇ ਪੇਸ਼ੈਂਟ ਨੇ, ਇਹ ਇੱਕ ਰੋਗ ਦੇ ਰੋਗੀ ਹੋਣ ਤਾਂ ਗੱਲ ਹੋਰ ਹੈ, ਸਭ ਦੇ ਅੰਦਰ 2 ਤੋਂ 3 ਰੋਗ ਨੇ। ਅੱਛਾ, ਉਹਦੇ 2 ਤੋਂ 3 ਰੋਗ ਨੇ ਤਾਂ ਜਦੋਂ ਉਹ ਡਾਇਗਨੋਸ ਜਾਂ ਇਲਾਜ ਕਰਾਉਣ ਲਈ ਜਾਂਦੇ ਨੇ ਤਾਂ ਜਿਹੜੀ ਉਹਨਾਂ ਦਾ ਖਰਚਾ ਹੈ ਉਹ ਰੋਗੀ ਦੇ ਸਰੀਰ ਦੇ ਹਿਸਾਬ ਨਾਲ ਨਹੀਂ, ਉਹ ਰੋਗਾਂ ਦੇ ਹਿਸਾਬ ਨਾਲ ਹੈ, ਠੀਕ ਹੈ। ਅਗਰ ਆਪਾਂ ਐਲੋਪੈਥੀ ਵੱਲ ਵੀ ਜਾਈਏ ਤਾਂ ਉੱਥੇ ਡਿਜ਼ੀਜ਼ ਵਾਈਜ਼ ਐਕਸਪਰਟ ਹੈ, ਡਾਇਬਟਿਕ ਐਕਸਪਰਟ ਅਲੱਗ ਆ, ਕਾਰਡੀਓ ਦਾ ਅਲੱਗ ਆ, ਆਈ ਸਾਈਟ ਦਾ ਅਲੱਗ ਆ, ਕਿਡਨੀ ਦਾ ਅਲੱਗ ਆ, ਚੈਸਟ ਦਾ ਅਲੱਗ ਆ, ਪੇਟ ਦਾ ਅਲੱਗ ਆ, ਬ੍ਰੇਨ ਦਾ ਅਲੱਗ ਹੈ, ਠੀਕ ਹੈ। ਅਗਰ 2-3 ਆਰਗਨਸ ਵੀ ਡਿਸਆਰਡਰ ਨੇ, ਅੱਛਾ, ਜਿਹੜਾ ਪਿਛਲੇ 10-15 ਸਾਲ ਤੋਂ ਸ਼ੂਗਰ ਦੀ ਗੋਲੀ ਲੈ ਰਿਹਾ, ਨੈਚੁਰਲੀ ਗੱਲ ਆ, ਉਹਨੂੰ ਐਸਿਡ ਦਾ ਕੈਪਸੂਲ ਵੀ ਲੱਗਾ ਹੋਇਆ, ਬੀਪੀ ਦੀ ਗੋਲੀ ਵੀ ਲੱਗੀ ਹੋਈ ਹੈ, ਉਹਨੂੰ ਬਾਥਰੂਮ ਦੀ ਗੋਲੀ ਵੀ ਲੱਗੀ ਹੋਈ ਹੈ, ਨੀਂਦ ਵੀ ਨਹੀਂ ਆਉਂਦੀ, ਇਸ ਤਰ੍ਹਾਂ ਦੇ 10-15 ਸਾਲ ਦੇ ਸਫ਼ਰ 'ਚ ਹੋ ਜਾਂਦਾ ਤਾਂ ਉਹ 3 ਡਾਕਟਰਾਂ ਨੂੰ ਪੈਸਾ ਜਾ ਰਿਹਾ ਉਹਦਾ, ਠੀਕ। ਅੱਛਾ, ਉਹਦਾ ਜਿਹੜਾ ਸਾਰੇ ਦਾ ਸਾਰਾ ਉਹਦੀ ਹੈਲਥ ਸਰਵਿਸਿਜ਼ ਦਾ ਜਿਹੜਾ ਪੈਸਾ ਹੈ ਉਹ ਇਕੱਠਾ ਕਰਕੇ ਲਿਆਉਣ ਵਾਲਾ ਘਰ 'ਚ ਮੈਂਬਰ ਕਿੰਨੇ ਆ? ਮਾਤਰ 1। ਆਪਣੀ ਜਿਹੜੀ ਏਸ਼ੀਆ ਦੀ ਫੈਮਿਲੀ ਸਟਰਕਚਰ ਹੈ ਜਿਹੜਾ, ਉਹਦੇ ਵਿੱਚ 4 ਤੋਂ 5 ਖਾਣ ਵਾਲੇ ਨੇ ਔਰ 1 ਕਮਾਉਣ ਵਾਲਾ। ਉਹ ਜਿਹੜਾ 1 ਕਮਾਉਣ ਵਾਲਾ ਜਿਹਨੂੰ ਅਸੀਂ ਮੁਖੀਆ ਕਹਿੰਦੇ ਹਾਂ, ਠੀਕ ਆ। ਅੱਛਾ, ਉਹ ਮੁਖੀਏ ਦੀ ਸਾਰੀ ਜ਼ਿੰਦਗੀ ਨਿਕਲ ਜਾਂਦੀ ਹੈ। ਇਹ ਆਂਕੜੇ
ਇੱਕ ਹਿਸਾਬ ਕਿਤਾਬ ਲਗਾਉਂਦੇ ਨੇ ਕਿ ਮੈਂ ਆਪਦੀ ਸ਼ਰਟ ਪਹਿਲਾਂ ਲਵਾਂ ਕਿ ਆਪਦੇ ਬੱਚਿਆਂ ਦੇ ਕੱਪੜੇ ਪਹਿਲਾਂ ਲਵਾਂ, ਠੀਕ ਹੈ, ਮੈਂ ਆਪਣੀ ਪੈਂਟ ਪਹਿਲਾਂ ਲਵਾਂ ਕਿ ਵਾਈਫ ਦਾ ਸੂਟ ਪਹਿਲਾਂ ਲਵਾਂ, ਠੀਕ ਹੈ ਠੀਕ। ਅੱਛਾ, ਉਹ ਕਨਫਿਊਜ਼ ਰਹਿੰਦਾ ਹੈ ਕਿ ਮੈਂ ਰਸੋਈ ਦਾ ਰਾਸ਼ਨ ਪਾਣੀ ਅੱਛੀ ਕੁਆਲਿਟੀ ਦਾ ਖਰੀਦਾਂ ਜਾਂ ਮੈਂ ਦਵਾਈਆਂ ਅੱਛੀ ਕੁਆਲਿਟੀ ਦੀਆਂ ਖਰੀਦਾਂ। ਕਨਫਿਊਜ਼ ਰਹਿੰਦਾ ਕਿ ਬੱਚੇ ਦੀ ਫੀਸ ਦੇਵਾਂ ਕਿ ਜਾਂ ਆਪਣੇ ਘਰੇ ਜਿਹੜੇ ਮਰੀਜ਼ ਪਏ ਨੇ ਉਹਨਾਂ ਦੀ ਡਾਕਟਰ ਦੀ ਫੀਸ ਦੇਵਾਂ। ਤਾਂ ਉਹਦੀ ਸਾਰੀ ਦੀ ਸਾਰੀ ਲਾਈਫ ਇੱਕ ਸਟਰੈਸ ਦੇ ਵਿੱਚ ਕਵਰ ਹੋ ਕੇ ਰਹਿ ਜਾਂਦੀ ਹੈ। ਮੈਂ ਇਹ ਚੀਜ਼ ਕਿਉਂ ਦੱਸ ਰਿਹਾ ਹੈਗਾ, ਬਹੁਤ ਸਾਰੇ ਲੋਕ ਇਹ ਚੀਜ਼ ਨੂੰ ਅਜੇ ਆਪਣੀ ਲਾਈਫ ਦਾ ਹਿੱਸਾ ਨਹੀਂ ਬਣਾ ਰਹੇ, ਠੀਕ ਹੈ, ਲੇਕਿਨ ਜੋ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਇਹ ਹਰ ਘਰ ਦੀ ਸਟੋਰੀ ਹੈ, ਕਿਸੇ ਇੱਕ ਪਾਰਟੀਕੂਲਰ ਘਰ ਦੀ ਸਟੋਰੀ ਨਹੀਂ। ਹਰ ਘਰ ਦੀ ਸਟੋਰੀ ਸਭ ਤੇ ਲਾਗੂ ਹੁੰਦੀ ਹੈ ਔਰ ਸਭ ਨਾਲ ਬੀਤ ਰਹੀ ਹੈ। ਮਸਲਾ ਹੈਗਾ ਕਿ ਜਿਹੜੀ ਚੀਜ਼ ਸਾਡੇ ਜੀਵਨ 'ਚ ਵਾਰ-ਵਾਰ ਹੁੰਦੀ ਹੈ ਅਸੀਂ ਉਹਦੇ ਨਾਲ ਸਮਝੌਤਾ ਕਰ ਲੈਂਦੇ ਹਾਂ ਤੇ ਕੰਟੀਨਿਊ ਚੱਲਦੇ ਰਹਿੰਦੇ ਹਾਂ। ਚਲੋ ਯਾਰ, ਜੇ ਤੁਹਾਡੇ ਨਾਲ ਹੋ ਰਹੀ ਤਾਂ ਕੁਲਵੰਤ ਜੀ ਨਾਲ ਵੀ ਹੋ ਰਹੀ ਹੈ ਤੇ ਮੇਰੇ ਨਾਲ ਹੋ ਰਹੀ, ਕੋਈ ਵੱਡੀ ਗੱਲ ਥੋੜ੍ਹਾ ਨਾ ਹੈਗੀ ਹੈ। ਤੇ ਧੌਣ ਸੁੱਟੀ ਲਾਈਫ ਨੂੰ ਜਿਉਣਾ ਉਵੇਂ ਕਬੂਲ ਕਰ ਲਿਆ, ਲੇਕਿਨ ਇਹਦਾ ਅਲਟੀਮੇਟ ਤਾਂ ਸਾਨੂੰ ਹੱਲ ਕੱਢਣਾ ਪਏਗਾ। ਸੋ ਦੂਸਰਾ ਇੱਕ ਆંકੜਾ ਹੈਗਾ ਜਿਹੜਾ ਅਸੀਂ ਅਕਸਰ ਆਪਦੇ ਪੇਸ਼ੈਂਟ ਨਾਲ ਵੀ ਸ਼ੇਅਰ ਕਰਦੇ ਹਾਂ, ਸਾਇੰਸ ਕਲਾਸ ਦੇ ਵਿੱਚ ਵੀ ਲੋਕਾਂ ਨੂੰ ਦੱਸਦੇ ਹੈਗੇ ਆ ਕਿ ਪਹਿਲਾਂ ਤਾਂ ਹੋ ਗਿਆ ਕਿ ਜਿਹੜੇ 20 ਤੋਂ 25 ਪਰਿਵਾਰਾਂ ਤੋਂ ਚੱਲੇ ਆ, 5 ਤੋਂ 6 ਹੋ ਗਏ, ਉਹਦੇ ਵਿੱਚੋਂ 2 ਤੋਂ 3 ਪੇਸ਼ੈਂਟ ਬਣ ਗਏ, ਅਲਟੀਮੇਟ ਫਿਰ 2 ਤੋਂ 3 ਰਹਿ ਗਏ। 25 ਪਰਿਵਾਰ ਤੋਂ ਜੇ ਅਸੀਂ 2 ਰਹਿ ਗਏ ਆ ਤਾਂ 90% ਤਾਂ ਖਤਮ ਹੋ ਗਏ, ਰਹਿ ਗਏ 10%। ਅੱਛਾ, ਜੇ ਪਿਛਲੇ 20-25 ਸਾਲਾਂ ਦੇ ਵਿੱਚ 25 ਤੋਂ 5 ਹੋਏ ਆ ਤੇ 5 ਚੋਂ 2 ਹੋਏ ਆ ਤੇ ਅਗਲੇ 25 ਸਾਲਾਂ 'ਚ ਕੀ ਹੋਏਗਾ? ਫੁੱਲ ਸਟਾਪ। ਮਤਲਬ ਇੱਕ ਉਸ ਪਰਿਵਾਰ ਦੀ ਜਿਹੜੀ ਅੱਗੇ ਜਿਹੜੀ ਟਰੀ ਸੀ, ਚੱਲਣਾ ਸੀ ਜਨਰੇਸ਼ਨ ਦਾ, ਉਹ ਖਤਮ ਹੋ ਗਿਆ, ਠੀਕ ਹੈ। ਇਸ ਤਰ੍ਹਾਂ ਦਾ ਪਤਾ ਨਹੀਂ ਕਿੰਨੇ ਪਰਿਵਾਰਾਂ ਨਾਲ ਹੋ ਰਿਹਾ ਹੈਗਾ। ਅੱਜ ਤੁਸੀਂ ਦੇਖੋ ਕਿੰਨੇ ਨਿਊਲੀ ਮੈਰਿਡ ਕਪਲਸ ਨੇ, 100 ਦੇ ਵਿੱਚੋਂ 60 ਕਪਲ ਇਸ ਤਰ੍ਹਾਂ ਦੇ ਜਿਨ੍ਹਾਂ ਦੇ ਬੇਬੀ ਨਹੀਂ ਹੋ ਰਿਹਾ। ਉਹ ਕੀ, ਉਹ ਫੁੱਲ ਸਟਾਪ ਹੀ ਹੈ। ਦੂਸਰਾ, ਹਰ ਘਰ ਦੀ ਕਮਾਈ ਕਿਤੋਂ ਵੀ ਆ ਰਹੀ ਹੈ, 5000 10,000 15,000 25,000 50,000 60,000, ਕੋਈ ਵਿਰਲਾ ਲੱਖ ਵਾਲਾ ਵੀ ਹੈਗਾ, ਪਰ ਸਭ ਦੀ ਮਜਬੂਰੀ ਹੈ ਕਿ ਆਪਦੀ ਕਮਾਈ ਦਾ 10 ਤੋਂ 50% ਹਿੱਸਾ ਉਹਦਾ ਦਵਾਈਆਂ ਤੇ ਟੈਸਟਾਂ ਤੇ ਔਰ ਡਾਕਟਰੀ ਫੀਸਸ ਤੇ ਜਾ ਰਿਹਾ, ਠੀਕ ਹੈ। ਅੱਛਾ, ਇਹ 10 ਤੋਂ 50% ਸਿਰਫ ਉਹਦਾ ਹੈ ਜਿਹਦਾ ਪੇਸ਼ੈਂਟ ਚੱਲ ਕੇ ਜਾ ਰਿਹਾ, ਤੇ ਜੇ ਉਹ ਪੇਸ਼ੈਂਟ 5 7 ਸਾਲ 10 ਸਾਲ ਇੱਕ ਟ੍ਰੀਟਮੈਂਟ ਵਿੱਚ ਦੀ ਜਦੋਂ ਗੁਜ਼ਰਦਾ ਹੈ ਨਾ, ਤਾਂ ਉਹ ਖੁਦ ਚੱਲ ਕੇ ਜਾਣ ਦੇ ਯੋਗ ਨਹੀਂ ਰਹਿੰਦਾ ਉਸ ਤੋਂ ਬਾਅਦ। ਅੱਛਾ, ਜਦੋਂ ਉਹ ਖੁਦ ਚੱਲ ਕੇ ਜਾਣ ਦੇ ਯੋਗ ਨਹੀਂ ਰਹਿੰਦਾ ਤਾਂ ਪਰਿਵਾਰ ਦਾ ਵੀ ਖਰਚਾ ਫਿਰ 50% ਨਹੀਂ ਰਹਿੰਦਾ, ਉਹ 100 ਤੋਂ 200% ਹੁੰਦਾ। 100 ਤੋਂ 200% ਦਾ ਮਤਲਬ ਕੀ ਹੋ ਗਿਆ? 100% ਤਾਂ ਹੋ ਗਿਆ ਕਿ ਜੋ ਉਹਦੇ ਕੋਲ ਆ ਰਿਹਾ ਪੈਸਾ, 200% ਦਾ ਕੀ ਹੋ ਗਿਆ? ਉਹਨੇ ਐਕਸਟਰਾ ਕਿਤੋਂ ਮੰਗਿਆ, ਲੋਨ ਲਿਆ, ਕੋਈ ਜਵੈਲਰੀ ਰੱਖੀ ਹੈ, ਕੋਈ ਆਪਣੀ ਜਾਇਦਾਦ ਰੱਖੀ ਹੈ ਕਿਤੇ ਗਿਰਵੀ, ਠੀਕ ਹੈ, ਕਿਸੇ ਉਧਾਰੇ ਫੜੇ ਨੇ, 200% ਹੋ ਰਿਹਾ। ਅੱਛਾ, ਜਿਹੜੇ ਲੋਕ ਇਸ 200% ਵਾਲੇ ਲਾਈਫ ਸਟਾਈਲ 'ਚ ਆ ਗਏ ਨੇ, ਇੱਕ ਚੀਜ਼ ਮੈਂ ਹੋਰ ਕਲੀਅਰ ਕਰ ਦਿਆਂ, 10 ਤੋਂ 50% ਦਾ ਮਤਲਬ ਹੋ ਗਿਆ ਕਿ ਅੱਜ ਗਰੀਬ ਤੋਂ ਗਰੀਬ ਵੀ ਰਾਤ ਨੂੰ ਸੌਣ ਤੋਂ ਪਹਿਲਾਂ ਇੱਕ ਗੋਲੀ ਖਾ ਰਿਹਾ, ਕਿਸੇ ਵੀ ਤਰੀਕੇ ਦੀ ਖਾ ਰਿਹਾ, ਠੀਕ ਹੈ। ਅਗਰ ਜੇ ਕਿਸੇ ਵੀ ਘਰ ਦੇ ਵਿੱਚ 30 ਰੁਪਏ 40 ਰੁਪਏ 50 ਰੁਪਏ ਦੀ ਮੈਡੀਸਨ ਰੋਜ਼ ਲੈ ਕੇ ਆ ਰਿਹਾ ਹੈ ਤਾਂ ਉਹ ਇਹ ਨਾ ਸਮਝੇ ਕਿ 200% ਵਾਲਾ ਆંકੜਾ ਉਹਦੇ ਤੇ ਲਾਗੂ ਨਹੀਂ ਹੋਣਾ, ਠੀਕ ਹੈ। ਬਸ ਉਹ ਵੇਟ ਹੀ ਹੈ ਕਿ ਸਮਾਂ ਹੀ ਲੱਗਣਾ ਹੈ ਕਿ ਜਦੋਂ ਉਹ ਪਹਿਲੀ ਸਟੇਜ 10 ਤੋਂ 50% ਖਰਚੇ ਵਾਲੀ ਜਦੋਂ ਖਤਮ ਹੋਈ ਤਾਂ 200 ਵਾਲੀ ਸ਼ੁਰੂ ਹੋ ਜਾਣੀ ਹੈ। ਅੱਛਾ, ਉਹ 200 ਵਾਲੀ ਜੋ ਸ਼ੁਰੂ ਹੋਣੀ ਹੈ, ਉਹ ਜਿਹੜਾ ਸਮਾਂ ਬਹੁਤ ਪੈਨਿਕ ਹੈ, ਬਹੁਤ ਭਿਆਨਕ ਹੈ, ਕਿਉਂਕਿ ਉਸ ਸਮੇਂ ਦੇ ਵਿੱਚ 4 ਚੀਜ਼ਾਂ ਲੋਕਾਂ ਦੀਆਂ ਜਾ ਰਹੀਆਂ ਨੇ, ਅਗਰ ਨਾ ਰੋਕੀਆਂ ਗਈਆਂ ਤਾਂ ਅੱਗੇ ਵੀ ਜਾਂਦੀਆਂ ਰਹਿਣਗੀਆਂ। ਸਭ ਤੋਂ ਪਹਿਲਾਂ ਜਾਂਦਾ ਕੈਸ਼, ਠੀਕ ਹੈ। 200% ਦਾ ਮਤਲਬ ਹੀ ਇਹ ਹੁੰਦਾ ਹੈ ਜਿੱਥੇ ਤੁਹਾਡਾ ਪੇਸ਼ੈਂਟ ਨਾ ਚੱਲ ਕੇ ਜਾ ਸਕਦਾ, ਲਿਜਾਓਗੇ ਤਾਂ ਹੋ ਸਕਦਾ 15 ਦਿਨ ਐਡਮਿਟ ਕਰਨਾ ਪਵੇ, ਹੋ ਸਕਦਾ ਮਹੀਨਾ ਐਡਮਿਟ ਕਰਨਾ ਪਵੇ। ਅੱਛਾ, ਕਿਸੇ ਨੇ ਨਹੀਂ ਪੁੱਛਣਾ ਕਿ ਤੁਹਾਡਾ ਇਨਕਮ ਸੋਰਸ ਕੀ ਸੀ, ਅਗਲੇ ਨੇ ਕਹਿਣਾ ਕਿ ਪੇਸ਼ੈਂਟ ਅੰਦਰ ਹੈ, ਆਪਰੇਸ਼ਨ ਦੀ ਲੋੜ ਹੈ, ਡਾਕਟਰ ਨਾਲ ਅਪਾਇੰਟਮੈਂਟ ਹੋ ਗਈ ਹੈ, 4 ਲੱਖ ਹੁਣੇ ਕਾਊਂਟਰ ਤੇ ਜਮ੍ਹਾਂ ਕਰਾਓ। ਉਹਨੂੰ ਨਹੀਂ ਪਤਾ ਕਿ 4 ਲੱਖ ਤੁਸੀਂ ਜ਼ਮੀਨ ਵੇਚ ਕੇ ਲਾਉਣਾ ਕਿ ਜ਼ਮੀਰ ਵੇਚ ਕੇ ਲਾਉਣਾ, ਠੀਕ ਹੈ। ਅਗਰ ਜ਼ਮੀਨ ਹੋਈ ਤਾਂ ਉਹਨੂੰ ਵੇਚ ਲਏਗਾ, ਨਹੀਂ ਹੋਈ ਤਾਂ ਅਗਲਾ ਜ਼ਮੀਰ ਵੇਚਣ ਦੀ ਕੋਸ਼ਿਸ਼ ਕਰੇਗਾ। ਕਿਉਂ? ਉਹਨਾਂ ਲਈ ਉਹ ਪੇਸ਼ੈਂਟ ਆ ਤੇ ਉਹਦੇ ਲਈ ਇੱਕ ਰਿਸ਼ਤਾ ਹੈ, ਉਹਦੇ ਲਈ ਇੱਕ ਇਮੋਸ਼ਨਸ ਆ, ਠੀਕ ਹੈ। ਉਹ ਕਿਸੇ ਦਾ ਬੱਚਾ ਹੋ ਸਕਦਾ, ਕਿਸੇ ਦੀ ਵਾਈਫ ਹੋ ਸਕਦੀ, ਕਿਸੇ ਦਾ ਫਾਦਰ ਹੋ ਸਕਦਾ, ਬ੍ਰਦਰ ਹੋ ਸਕਦਾ, ਸਿਸਟਰ ਹੋ ਸਕਦੀ ਹੈ, ਠੀਕ ਹੈ। ਉਹਦੇ ਲਈ ਇੱਕ ਰਿਸ਼ਤਾ, ਉਹ ਆਪਣੇ ਰਿਸ਼ਤੇ ਲਈ ਤੜਪੇਗਾ, ਉਹਨੂੰ ਬਚਾਉਣ ਦੇ ਲਈ ਕਿ ਮੈਂ ਇਹਨੂੰ ਸਹੀ ਸਲਾਮਤ ਆਪਣੇ ਘਰੇ ਲੈ ਜਾ, ਇਹਦੇ ਨਾਲ ਮੇਰੀ ਤੰਦਰੁਸਤੀ, ਘਰ ਦੀਆਂ ਖੁਸ਼ੀਆਂ ਜੁੜੀਆਂ ਹੋਈਆਂ ਨੇ। ਲੇਕਿਨ ਉਹਦੇ ਸਭ ਤੋਂ ਪਹਿਲਾਂ ਬੰਦੇ ਦਾ ਕੈਸ਼ ਜਾਂਦਾ ਹੈ, ਜਿਸ ਵੀ ਰੂਪ ਤੋਂ ਨਿਕੋਲ ਹੈ। ਦੂਸਰੇ ਨੰਬਰ ਤੇ ਉਹਦੀ ਘਰ ਦੇ ਵਿੱਚ ਜਵੈਲਰੀ ਜਾਂਦੀ ਹੈ, ਗਹਿਣਾ ਗੱਟਾ ਜੋ ਵੀ ਗਿਫਟ ਹੁੰਦਾ। ਤੀਸਰੇ ਨੰਬਰ ਤੇ ਉਹਦੀ ਪ੍ਰਾਪਰਟੀ ਜਾਂਦੀ ਹੈ। ਅੱਛਾ, ਤਿੰਨੇ ਚੀਜ਼ਾਂ ਕੁਰਬਾਨ ਕਰਨ ਤੋਂ ਬਾਅਦ ਵੀ ਜੇ ਉਹ ਨਹੀਂ ਬਚ ਪਾਉਂਦਾ, ਉਹ ਠੀਕ ਨਹੀਂ ਹੋ ਪਾਉਂਦਾ, ਪਰਿਵਾਰ ਫਿਰ ਟਰਾਈ ਕਰਦਾ, ਉਹਨੂੰ ਕੋਈ ਦੱਸ ਪੈਂਦੀ ਹੈ, ਕੋਈ ਦਿੱਲੀ ਪਹੁੰਚਦਾ, ਕੋਈ ਬੰਬੇ ਪਹੁੰਚਦਾ, ਤੇ 3 ਚੀਜ਼ਾਂ ਡਿਸਟਰੋਏ ਹੋਣ ਤੋਂ ਬਾਅਦ ਵੀ ਚੌਥੀ ਚੀਜ਼ ਹੁੰਦੀ ਹੈ ਇਨਸਾਨ ਦਾ ਉਹ ਡ੍ਰੀਮ, ਇਨਸਾਨ ਦਾ ਉਹ ਜਿਗਰ ਦਾ ਟੁਕੜਾ, ਜਿਹਨੂੰ ਉਹਨੇ ਪਤਾ ਨਹੀਂ ਕਿਵੇਂ ਬਣਾਇਆ ਹੁੰਦਾ, ਉਹ ਹੁੰਦਾ ਉਹਦਾ ਘਰ, ਠੀਕ ਹੈ। ਬਹੁਤ ਸਾਰੇ ਪਰਿਵਾਰਾਂ ਦੀਆਂ ਇਹ ਪੈਨਿਕ ਸਟੋਰੀਆਂ ਹਨ, ਦੁਖਦਾਈ ਸਟੋਰੀਆਂ ਹਨ, ਜਿਨ੍ਹਾਂ ਨੇ ਘਰ ਵੀ ਵੇਚਿਆ,
ਪੈਸਾ ਵੀ ਇਕੱਠਾ ਕੀਤਾ, ਇਲਾਜ ਵੀ ਕਰਵਾਇਆ, ਜਿਹਦੇ ਤੇ ਪੈਸਾ ਲਾਇਆ ਉਹ ਬੰਦਾ ਵੀ ਘਰੇ ਨਹੀਂ ਆਇਆ, ਤੋ ਘਰ ਵੀ ਚਲਾ ਗਿਆ। ਬਹੁਤ ਸਾਰੇ ਪਰਿਵਾਰ ਨੇ ਜਿਨ੍ਹਾਂ ਨਾਲ ਕੁਝ ਬੀਤਿਆ, ਅੱਜ ਉਹ ਕਿਰਾਏ ਤੇ ਰਹਿ ਰਹੇ ਨੇ, ਜਿਹਨਾਂ ਨੂੰ ਕੋਈ ਪੁੱਛਣ ਵਾਲਾ ਨਹੀਂ ਹੈਗਾ ਕਿ ਭਾਈ ਸਾਹਿਬ ਤੁਹਾਡੇ ਬੱਚੇ ਕਿੱਥੋਂ ਪਾਲਦੇ, ਤੁਹਾਡਾ ਰਾਸ਼ਨ ਕਿੱਥੋਂ ਆਉਂਦਾ ਹੈਗਾ। ਠੀਕ, ਤਾਂ ਰੀਜ਼ਨ ਉਹਦੇ ਪਿੱਛੇ ਕੀ ਸੀ? ਇੱਕ ਰੋਗ, ਇੱਕ ਸਮੱਸਿਆ। ਠੀਕ ਹੈ, ਤਾਂ ਇਹ ਦੂਸਰਾ ਅੰਕੜਾ ਵਾ ਜੋ ਅਸੀਂ ਸਾਰੇ ਪਰਿਵਾਰਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਸਾਇੰਸ ਕਲਾਸ ਦੇ ਵਿੱਚ, ਕਿਉਂਕਿ ਤੁਸੀਂ ਕਿਉਂ ਆਪਣੇ ਪਰਿਵਾਰ ਨੂੰ ਤੰਦਰੁਸਤ ਰੱਖਣ ਵਾਲਾ ਡਾਕਟਰ ਬਣੋ। ਠੀਕ ਹੈ, ਔਰ ਤੀਸਰੀ ਇੱਕ ਔਰ ਲਾਸਟ ਇੰਪੋਰਟੈਂਟ ਚੀਜ਼ ਹੈ, ਉਸ ਤੋਂ ਬਾਅਦ ਮੈਂ ਆਪਣੀ ਗੱਲ ਨੂੰ ਖਤਮ ਕਰੂੰਗਾ। ਤੀਸਰਾ ਇੰਪੋਰਟੈਂਟ ਅੰਕੜਾ ਹੈਗਾ ਕਿ ਜਿਹੜਾ ਰੋਗ ਪਹਿਲਾਂ ਬਜ਼ੁਰਗ ਅਵਸਥਾ 'ਚ ਲੱਗਦਾ ਸੀ, ਉਹਦੇ ਨਾਲੋਂ ਵੀ ਭਿਆਨਕ ਰੋਗ ਅੱਜ ਬੱਚੇ ਨੂੰ ਮਾਂ ਦੇ ਗਰਭ ਤੋਂ ਆ ਰਹੇ ਨੇ। ਠੀਕ ਹੈ, ਇਹਨੂੰ ਤਰੱਕੀ ਕਵਾਂਗੇ ਅਸੀਂ, ਇਹਨੂੰ ਗਰੋਥ ਕਵਾਂਗੇ ਅਸੀਂ। 20 ਤੋਂ 25 ਤੋਂ ਚੱਲੇ ਆ। ਠੀਕ ਹੈ, 25-30 ਸਾਲ ਪਹਿਲਾਂ 20-25 ਪਰਿਵਾਰਾਂ ਤੋਂ ਚੱਲਿਆ ਸੀ ਇੱਕ ਘਰ। ਅੱਜ ਇੱਕ ਬੱਚੇ ਲਈ ਵੀ ਉਹ ਗੋਡੇ ਰਗੜ ਰਿਹਾ, ਪਤਾ ਨਹੀਂ ਕਿੰਨੇ ਹਸਪਤਾਲਾਂ ਦੇ ਗੋਡੇ ਰਗੜ ਰਿਹਾ। ਅੱਛਾ, ਰੋਗ ਵੀ ਦੇਖੋ, 1.5 ਸਾਲ ਦੇ ਬੱਚੇ ਨੂੰ ਇਨਸੂਲਿਨ ਲੱਗ ਰਹੀ ਹੈ, ਡਾਇਬਟਿਕ ਹੈ। ਠੀਕ ਹੈ ਜੀ, 4-4 ਸਾਲ ਦੇ ਬੱਚੇ ਨੂੰ ਬੱਚਾ ਥੈਲੀਸੀਮੀਆ ਦਾ ਪੇਸ਼ੈਂਟ ਹੈ, ਬਲੱਡ ਨਹੀਂ ਬਣਾ ਰਹੀ ਤਿੱਲੀ ਉਹਦੀ। ਗੈਟਿੰਗ ਬੋਨ ਮੈਰੋ ਦਾ ਪੇਸ਼ੈਂਟ ਹੈਗਾ, ਮਸਲ ਡਿਸਆਰਡਰ ਦਾ ਪੇਸ਼ੈਂਟ ਹੈਗਾ, ਥਾਇਰਾਇਡ ਦਾ ਪੇਸ਼ੈਂਟ ਹੈਗਾ, ਹਾਰਟ ਦੇ ਵਿੱਚ ਹੋਲ ਆ ਰਿਹਾ ਹੈਗਾ, ਬੱਚੇ ਦੀ ਬਾਡੀ ਗਰੋਥ ਨਹੀਂ ਕਰ ਰਹੀ ਹੈਗੀ। ਠੀਕ ਹੈ, ਤਾਂ ਪਤਾ ਨਹੀਂ ਕਿਸ ਤਰ੍ਹਾਂ ਦੇ ਰੋਗ ਆ ਰਹੇ ਨੇ। ਇਹ ਸਾਡੇ ਲਈ ਬਹੁਤ ਇੱਕ ਸੋਚਣ ਵਾਲਾ ਵਿਸ਼ਾ ਵੀ ਹੈ, ਵਿਚਾਰ ਵਾਲਾ ਵਿਸ਼ਾ ਵੀ ਹੈ। ਇਹ ਐਕਚੁਅਲ ਦੇ ਵਿੱਚ ਸਰ ਇੱਕ ਪਸ਼ੂ ਨੂੰ ਪਤਾ ਹੁੰਦਾ ਹੈ। ਆਪਾਂ ਸਾਰੇ ਬਹੁਤ ਸਾਰੇ ਦਰਸ਼ਕ ਪਿੰਡਾਂ ਨੂੰ ਵੀ ਬਿਲੋਂਗ ਕਰਦੇ ਹੋਣਗੇ ਸਰ। ਆਪਾਂ ਘਰ ਦੇ ਵਿੱਚ ਮੱਝ ਜਾਂ ਗਾਂ ਰੱਖਦੇ ਆ ਨਾ, ਤੇ ਉਹਦੇ ਬੱਚੜੇ ਨੂੰ ਤੁਸੀਂ 2 ਘੰਟੇ ਲਈ ਉਹਲੇ ਕਰ ਦਿਓ, ਉਹ 2 ਕੰਮ ਉਹਦੇ ਮੇਜਰ ਹੁੰਦੇ, ਦੋਨੇ ਛੱਡ ਦਿੰਦੀ ਹੈ। ਪਹਿਲਾ ਕੰਮ ਉਹਦਾ ਆਪਦਾ ਹੁੰਦਾ ਕਿ ਪੱਠੇ ਖਾਣੇ ਆ, ਉਹਦੀ ਜ਼ਰੂਰਤ ਹੈ ਸਰੀਰ ਦੀ। ਦੂਸਰਾ ਉਹਦਾ ਕਰਮ ਹੈ ਦੁੱਧ ਦੇਣਾ, ਉਹ ਦੋਵੇਂ ਛੱਡ ਦਿੰਦੀ ਹੈ। ਠੀਕ ਹੈ, ਉਹ ਉਹਨਾਂ ਟਾਈਮ ਚਾਰਾ ਵੀ ਨਹੀਂ ਖਾ ਪਾਉਂਦੀ, ਉਹਨਾਂ ਟਾਈਮ ਉਹ ਦੁੱਧ ਵੀ ਨਹੀਂ ਦਿੰਦੀ। ਕਿਉਂ? ਉਹ ਕਹਿੰਦੀ ਪਹਿਲਾਂ ਮੇਰਾ ਬੱਚਾ ਮੇਰੇ ਸਾਹਮਣੇ ਲਿਆਓ। ਠੀਕ ਹੈ, ਤੇ ਅਸੀਂ ਤਾਂ ਇਨਸਾਨ ਹਾਂ। ਹਰ ਇਨਸਾਨ ਆਪਣਾ ਬੱਚਾ ਚੁੱਕ ਕੇ ਹਸਪਤਾਲਾਂ ਦੇ ਬਾਹਰ ਖੜਾ ਹੈ। ਬੱਚੇ ਹੋ ਹੀ ਨਹੀਂ, ਇਨਸਾਨ ਧਰਤੀ ਤੇ ਪੈਦਾ ਹੋਣ ਨੂੰ ਤਰਸ ਰਿਹਾ। ਈਵਨ ਜੇ ਹੋ ਵੀ ਰਿਹਾ ਤਾਂ ਉਹ ਚੁੱਕ ਕੇ ਹਸਪਤਾਲਾਂ ਦੇ ਬਾਹਰ ਖੜਾ ਹੈ। ਅੱਜ ਸਾਡੀ ਖੁਦ ਹੀ ਇੱਥੇ ਆਪਣੇ ਹਸਪੀਟਲ ਦੇ ਵਿੱਚ OPD ਦੇ ਵਿੱਚ ਤਕਰੀਬਨ ਜੇ 100 ਪੇਸ਼ੈਂਟ ਆ ਰਿਹਾ ਹੈ OPD ਦੇ ਵਿੱਚ ਪਰ ਡੇ ਦੇ ਵਿੱਚ, ਉਹ 'ਚ 15-20 ਬੱਚੇ ਨੇ, ਔਰ ਉਹ ਵੀ ਏਜ ਦੇਖ ਲਓ ਸਰ, ਕਿਸੇ ਦੀ 3 ਸਾਲ, ਕਿਸੇ ਦੀ 4 ਸਾਲ, ਕਿਸੇ 5 ਸਾਲ। ਉਹ ਮਾਹੌਲ ਦੇਖ ਕੇ ਖੁਦ ਨੂੰ ਇਸ ਤਰ੍ਹਾਂ ਫੀਲ ਹੁੰਦਾ ਹੈ ਕਿ ਇਹ ਇਨਸਾਨ ਲਈ ਪਲੈਨਟ ਬਣਾਇਆ ਸੀ ਰੱਬ ਨੇ, ਕਿ ਗਲਤੀ ਨਾਲ ਅਸੀਂ ਆ ਗਏ, ਸ਼ਾਇਦ ਇਹ ਕੁਝ ਹੋ ਰਿਹਾ ਹੈਗਾ ਇੱਥੇ। ਤਾਂ ਇਹ ਇੱਕ ਭਿਆਨਕ ਜਿਹੜੀ ਰੂਪਰੇਖਾ ਬਣ ਰਹੀ ਹੈਗੀ ਹੈ। ਅੱਛਾ, ਜੇ ਅੱਜ ਇਨਸਾਨ ਦਾ ਬੱਚਾ ਹੀ ਉਹਦੇ ਕੋਲ ਸੁਰੱਖਿਅਤ ਨਹੀਂ ਹੈ, ਜਾਂ ਬੱਚਾ ਹੀ ਉਹਦਾ ਹੈਲਦੀ ਨਹੀਂ ਹੈ, ਤਾਂ ਕਿਸ ਕੰਮ ਲਈ ਦੌੜ ਹੈ? ਠੀਕ ਹੈ, ਅਲਟੀਮੇਟ ਸਾਡੀ ਜਿਹੜੀ ਰਾਤ ਦਿਨ ਦੀ ਦੌੜ ਹੈ, ਉਹ ਤਾਂ ਇਸੇ ਲਈ ਹੈ ਨਾ ਕਿ ਮੈਂ ਆਪਣੇ ਬੱਚਿਆਂ ਨੂੰ ਕੁਝ ਬਣਾ ਕੇ ਦੇਵਾਂ। ਬਟ ਬੱਚਾ ਹੀ ਨਹੀਂ ਹੈ ਸਾਡੇ ਕੋਲ। ਜਿਹੜਾ ਹੈਗਾ ਉਹਨੂੰ ਅਸੀਂ ਚੁੱਕ ਕੇ ਘੁੰਮ ਰਹੇ ਹਾਂ। ਕਿਸੇ ਨੂੰ ਸ਼ੂਗਰ ਹੈ, ਇਨਸੂਲਿਨ ਲਗਾ ਰਹੇ ਆ 16 ਯੂਨਿਟ, ਕਿਸੇ ਨੂੰ ਦਮਾ ਹੋਇਆ ਪਿਆ, ਕਿਸੇ ਨੂੰ ਵੀਟ ਐਲਰਜੀ ਹੈ, ਕਿਸੇ ਨੂੰ ਡਸਟ ਐਲਰਜੀ ਹੈ। ਗੈਟਿੰਗ, ਤੇ ਇਹ ਅਸੀਂ ਜਾ ਕਿਸ ਸਾਈਡ ਰਹੇ ਹੈਗੇ ਆ, ਔਰ ਤਰੱਕੀ ਬੋਲ ਕਿਉਂ ਰਹੇ ਹੈਗੇ ਆ, ਇਹ ਗੱਲ ਸਮਝ ਨਹੀਂ ਆ ਰਹੀ। ਤਰੱਕੀ ਦਾ ਤਾਂ ਮਤਲਬ ਇਹ ਸੀ ਵੀ ਦਾਦਾ ਜਿਉਂ ਆ 100 ਸਾਲ, ਪੋਤਾ ਜਿਉਂਦਾ 125, ਫਿਰ ਤਾਂ ਹੁੰਦਾ ਤਰੱਕੀ। ਅੱਛਾ, ਸਾਰੇ ਆਪਣੇ ਦਾਦਿਆਂ ਦੀ ਉਮਰ ਵੱਲ ਨੂੰ ਨੋਟ ਕਰ ਲੈਣ। ਠੀਕ ਹੈ, ਜੇ ਦਾਦੇ ਦੀ ਉਮਰ 80 ਸਾਲ ਸੀ ਤੇ ਆਪਦੇ ਹੁਣ ਪੋਤੇ ਦੀ ਬਾਡੀ ਸਟਰਕਚਰ ਵੱਲ ਧਿਆਨ ਮਾਰਨ। ਜਿਹੜੀ ਤੀਸਰੀ ਜਨਰੇਸ਼ਨ ਆਈ ਹੈ ਉਹਦੀ ਬਾਡੀ ਸਟਰਕਚਰ ਵੱਲ ਧਿਆਨ ਮਾਰਨ ਕਿ ਇਹਦਾ ਬਾਡੀ ਸਟਰਕਚਰ ਉਹਦੇ ਦਾਦੇ ਨਾਲ ਮੈਚ ਕਰਦਾ। ਠੀਕ ਹੈ, ਜ਼ਮੀਨ ਅਸਮਾਨ ਦਾ ਅੰਤਰ। ਅੱਛਾ, ਇੱਕ ਚੀਜ਼ ਅਸੀਂ ਹਰੇਕ ਇਨਸਾਨ ਤੋਂ ਪੁੱਛਦੇ ਹਾਂ ਕਿ ਆਪਣੇ ਦਿਲ ਤੇ ਹੱਥ ਰੱਖ ਕੇ ਆਪਣੇ ਬੱਚੇ ਦੀ ਉਮਰ ਦੱਸੋ। ਆਪਣੇ ਦਿਲ ਤੇ ਹੱਥ ਰੱਖ ਕੇ ਆਪਣੇ ਬੱਚੇ ਦੀ ਉਮਰ ਦੱਸੋ। ਕੁਲਵੰਤ ਜੀ, 50 ਸਾਲ ਤੋਂ ਉੱਤੇ ਆਵਾਜ਼ ਨਹੀਂ ਆ ਰਹੀ ਲੋਕਾਂ ਦੀ ਕਿ 50 ਵੀ ਜਾਏਗਾ। ਆਪਣੇ ਬੱਚੇ ਦੀ ਉਮਰ ਦੱਸਣੀ ਹੈ ਮੈਂ, ਤੇ 50 ਕਿਉਂ? ਕਿਉਂਕਿ ਸਾਨੂੰ ਸਾਰਾ ਸਿਨੈਰੀਓ ਨਜ਼ਰ ਆ ਰਿਹਾ ਹੈ। ਜਿਹੜਾ ਬੱਚੇ ਨੂੰ ਹੁਣ ਇਨਸੂਲਿਨ ਲੱਗ ਰਹੀ ਹੈ ਉਹਨੂੰ ਤੁਸੀਂ ਕਹਿ ਸਕੋਗੇ 100 ਸਾਲ ਜਾਏਗਾ। ਠੀਕ ਹੈ, ਜਿਹਦੇ ਹੁਣੀ ਮਸਲ ਡਿਸਆਰਡਰ ਹੈ, ਜਿਹੜਾ ਹੁਣੇ ਵੀਟ ਐਲਰਜੀ ਦਾ ਪੇਸ਼ੈਂਟ ਹੈ, ਜਿਹੜਾ ਹੁਣੇ ਐਸਥਮੈਟਿਕ ਪੇਸ਼ੈਂਟ, ਉਹਨੂੰ ਕਹਿ ਸਕੋਗੇ 70 ਸਾਲ ਜਾਏਗਾ। ਪਹਿਲਾਂ ਆਸ਼ੀਰਵਾਦ ਦਿੱਤਾ ਜਾਂਦਾ ਸੀ, ਬੇਟਾ 100 ਸਾਲ ਜਿਓ, ਜੁਗ ਜੁਗ ਜਿਓ ਜਾਂ 100 ਸਾਲ ਜਿਓ। ਅੱਜ ਆਸ਼ੀਰਵਾਦ ਦੇਣ, ਕਿਉਂਕਿ ਆਸ਼ੀਰਵਾਦ ਤਾਂ ਉਹੀ ਦਿਓ ਜਿਹੜਾ ਆਪ ਜਾਊ। ਠੀਕ ਹੈ, ਤੇ ਜੇ ਮੇਰੇ ਵਰਗਾ 40 ਸਾਲ ਦੀ ਉਮਰ ਤੱਕ ਖੁਦ ਹੀ 4-5 ਗੋਲੀਆਂ ਖਾ ਕੇ ਰਾਤ ਨੂੰ ਸੌਂਦਾ ਹੈ, ਉਹ ਕਿੱਥੋਂ ਦੇਣੂ ਬੱਚੇ ਨੂੰ ਆਸ਼ੀਰਵਾਦ 100 ਸਾਲ ਦਾ? ਗੈਟਿੰਗ, ਜੇ ਦਊਗਾ ਵੀ ਤੇ ਬੱਚੇ ਨੇ ਵੀ ਮਖੌਲ ਹੀ ਸਮਝਣਾ ਵੀ ਬਾਪੂ ਸਾਨੂੰ ਮੈਨੂੰ ਤੇਰਾ ਵੀ ਪਤਾ ਤੂੰ ਕਿੰਨੇ ਸਾਲ ਕੱਢਣੇ ਹੈਗੇ, ਤੇ ਮੈਨੂੰ 100 ਸਾਲ ਕਿੱਥੋਂ ਦੇ ਰਹਿ ਗਏ। ਸੋ ਕਹਿਣ ਦਾ ਮਤਲਬ 3 ਸਿਨੈਰੀਓ ਨੇ ਕਿ 25 ਮੈਂਬਰਾਂ ਦੇ ਪਰਿਵਾਰ ਤੋਂ ਚੱਲੇ ਆ, ਅੱਜ ਇੱਕ ਬੱਚੇ ਲਈ ਤਰਸ ਰਹੇ ਆ। ਜੇ ਪਹਿਲਾਂ ਤਾਂ ਗੱਲ ਹੋ ਨਹੀਂ ਰਿਹਾ, ਜੇ ਹੋ ਗਿਆ ਤਾਂ ਉਹਨੂੰ ਅਸੀਂ ਚੁੱਕ ਕੇ
ਅਲੱਗ-ਅਲੱਗ ਪੈਥੀਜ਼ ਅਲੱਗ-ਅਲੱਗ ਹਸਪੀਟਲ 'ਚ ਘੁੰਮ ਰਹੇ ਹਾਂ। ਜੇ ਇਹਨੂੰ ਤਰੱਕੀ ਕਹਿ ਰਹੇ ਹਾਂ ਤਾਂ ਸਾਨੂੰ ਆਪਣੀ ਬੁੱਧੀ ਦਾ ਇਲਾਜ ਕਰਵਾਉਣਾ ਪਏਗਾ। ਸਾਡੇ ਕੋਲ ਸਹੀ ਜਾਣਕਾਰੀ ਤੇ ਸਹੀ ਮਾਈਂਡ, ਸਹੀ ਮਾਨਸਿਕਤਾ ਨਹੀਂ ਹੈ, ਤਾਂ ਜੋ ਅਸੀਂ ਇੱਕ ਤਰਕ ਕਰ ਸਕੀਏ ਕਿ ਇਨਸਾਨ ਦੇ ਜ਼ਿੰਦਾ ਰਹਿਣ ਲਈ, ਬੱਚਿਆਂ ਨੂੰ ਲੰਬੀ ਉਮਰ ਦੇਣ ਲਈ ਸਾਨੂੰ ਕਿਸ ਤਰ੍ਹਾਂ ਦਾ ਜੀਵਨ ਚਾਹੀਦਾ ਹੈ। ਇਸ ਸਮਝ ਨੂੰ ਸਾਨੂੰ ਸਮਝਣਾ ਪਏਗਾ। ਫਿਰ ਹੁਣ ਤੁਹਾਡੀਆਂ ਗੱਲਾਂ ਸੁਣ ਕੇ ਮੈਨੂੰ ਲੱਗਦਾ ਅੱਧੇ ਕੁ ਦਰਸ਼ਕਾਂ ਨੂੰ ਤਾਂ ਡਰ ਹੀ ਲੱਗਣ ਲੱਗ ਗਿਆ ਹੋਣਾ ਵੀ ਕਰੀਏ ਕੀ। ਪਰ ਗੱਲ ਇਹ ਹੈ ਕਿ ਨਾਲ ਆਪਾਂ ਨੂੰ ਹੁਣ ਇਹ ਵੀ ਦੱਸਣਾ ਪਏਗਾ ਕਿ ਕਰਨਾ ਕੀ ਪਏਗਾ ਤਾਂ ਕਿ ਅਸੀਂ ਉਸੇ ਜੀਵਨ ਸ਼ੈਲੀ ਦੇ ਉੱਤੇ ਫਿਰ ਆ ਜਾਈਏ, ਉਹੀ 100 ਸਾਲ ਜਿਉਣ ਦੇ ਸੁਪਨੇ ਫਿਰ ਦੇਖਣ ਲੱਗ ਪਈਏ, ਉਹੀ ਤੰਦਰੁਸਤੀ ਲੈਵਲ ਅਸੀਂ ਫਿਰ ਹਾਸਲ ਕਰ ਸਕੀਏ, ਉਹੀ ਸਾਰਾ ਦਾ ਸਾਰਾ ਪਰਿਵਾਰ ਜਿਹੜਾ 100% ਤੰਦਰੁਸਤ ਰਹੇ। ਬਿਲਕੁਲ ਸਰ, ਇਹ ਸਵਾਲ ਸਾਡੇ ਵੀ ਮਾਈਂਡ ਸੀ ਕੀ ਕੀਤਾ ਜਾਵੇ। ਇਹ ਆંકੜੇ ਤਾਂ ਸੀ ਸਾਡੇ ਕੋਲ, ਠੀਕ ਹੈ, ਕਿਉਂਕਿ ਮੈਨੂੰ ਵੀ 12-13 ਸਾਲ ਹੋ ਗਏ ਨੇ ਇਹ ਸੇਵਾ ਨਿਭਾਉਂਦੇ ਨੂੰ। ਇਹ ਆંકੜੇ ਸਾਡੇ ਗਰਾਊਂਡ 'ਚੋਂ ਆਏ ਨੇ, ਠੀਕ ਹੈ। ਤਕਰੀਬਨ 9 ਤੋਂ 10 ਸਟੇਟਸ ਦੇ ਵਿੱਚ ਹਰ ਸਾਲ ਜਾਣ ਦਾ ਮੌਕਾ ਮਿਲਦਾ ਸੀ। ਹੁਣ ਕੋਵਿਡ ਕਰਕੇ ਨਹੀਂ ਜਾ ਰਹੇ, ਲੇਕਿਨ ਜੋ ਅਸੀਂ ਮਾਹੌਲ ਦੇਖਿਆ ਘਰ ਦਾ, ਉੱਥੋਂ ਹੀ ਸਭ ਕੁਝ ਚੀਜ਼ਾਂ ਆਈਆਂ ਜੋ ਮੈਂ ਸ਼ੇਅਰ ਕੀਤੀਆਂ ਨੇ। ਔਰ ਇਹ ਸਵਾਲ ਸੀ ਮਾਈਂਡ ਦੇ ਅੰਦਰ ਕਿ ਦੁਨੀਆ ਤੱਕ ਕਹਿ ਰਹੀ ਸੀ ਤਰੱਕੀ ਕਰ ਰਹੇ ਹਾਂ, ਪਰ ਤਰੱਕੀ ਦਾ ਮਤਲਬ ਇਕੱਲੀ ਬਿਲਡਿੰਗ ਤਾਂ ਹੈ ਨਹੀਂ, ਠੀਕ ਹੈ। ਪਹਿਲਾਂ ਕੱਚੇ ਮਕਾਨ ਸੀ, ਅੱਜ ਅਸੀਂ 200 ਮੰਜ਼ਿਲ ਦੀ ਬਿਲਡਿੰਗ ਵੀ ਖੜੀ ਕਰ ਸਕਦੇ ਹਾਂ, 500 ਮੰਜ਼ਿਲ ਦੀ ਵੀ ਕਰ ਸਕਦੇ, ਕੁਝ ਦਿਨਾਂ 'ਚ ਕਰ ਸਕਦੇ ਹਾਂ, ਠੀਕ ਹੋ ਸਕਦਾ ਕੁਝ ਘੰਟਿਆਂ 'ਚ ਵੀ ਕਰ ਸਕਦੇ ਹੋਈਏ। ਬਟ ਕੀ ਇਸ ਕੰਮ ਲਈ ਪਲੈਨਟ ਬਣਿਆ ਸੀ? ਇਸ ਕੰਮ ਲਈ ਧਰਤੀ ਸੀ, ਕੁਦਰਤ ਨੇ ਇਸ ਕੰਮ ਲਈ ਬਣਾਇਆ ਸੀ ਇਸ ਧਰਤੀ ਨੂੰ। ਇੱਥੇ ਤਾਂ ਕਿ ਇਨਸਾਨ ਨੂੰ ਇੱਕ ਖੂਬਸੂਰਤ ਦੁਨੀਆ ਦਿੱਤੀ ਗਈ ਸੀ, ਠੀਕ ਹੈ, ਜਿੱਥੇ ਅਗਰ ਕੋਈ ਇਨਸਾਨ ਪੈਦਾ ਹੁੰਦਾ ਹੈ ਤਾਂ ਹਰ ਆਨੰਦ ਨੂੰ ਫੀਲ ਕਰ ਸਕਦਾ ਸੀ। ਲੇਕਿਨ ਪੈਦਾ ਹੋ ਰਿਹਾ ਬੱਚਾ ਜਿਹਨੂੰ ਇਨਸੂਲਿਨ ਤੋਂ ਜੀਵਨ ਸ਼ੁਰੂ ਹੋ ਰਿਹਾ ਹੈ, ਉਹਦਾ ਅੰਤ ਕਿਸ ਤਰ੍ਹਾਂ ਦਾ ਹੋਏਗਾ ਉਹੀ ਜਾਣਦਾ ਜਿਹਦੇ ਨਾਲ ਉਹ ਚੀਜ਼ ਬੀਤ ਰਹੀ ਹੈਗੀ ਆ। ਇਹਦਾ ਫਿਰ ਹੱਲ ਅਸੀਂ ਜੋ ਜਿੰਨੀ ਕੁ ਪਰਮੇਸ਼ਰ ਨੇ ਸਾਨੂੰ ਸੋਝੀ ਦਿੱਤੀ, ਸਮਝ ਦਿੱਤੀ, ਜਿੰਨਾ ਪਿਛਲੇ 10-12 ਸਾਲ ਦੇ ਐਕਸਪੀਰੀਅੰਸ 'ਚੋਂ ਅਸੀਂ ਗੇਨ ਕੀਤਾ, ਉਹਦੇ ਵਿੱਚ ਅਸੀਂ ਇੱਕ ਹੱਲ ਕ੍ਰੀਏਟ ਕੀਤਾ। ਤਾਂ ਇਹਦੇ 'ਚ ਅਸੀਂ ਇਜ਼ਰਾਈਲ ਮੈਥਡ ਜਿਹੜਾ ਕਿ ਅਪਣਾਇਆ। ਇਜ਼ਰਾਈਲ ਮੈਥਡ ਕੀ ਹੈ ਕਿ ਜਿਵੇਂ ਕਿ ਇਜ਼ਰਾਈਲ ਬਾਰੇ ਤੁਸੀਂ ਵੀ ਪੜ੍ਹਿਆ ਹੋਊਗਾ, ਸੁਣਿਆ ਹੋਊਗਾ, ਦਾਸ ਨੇ ਵੀ ਉਹਦੇ ਬਾਰੇ ਪੜ੍ਹਿਆ, ਤਾਂ ਮੈਨੂੰ ਮੈਥਡ ਬਹੁਤ ਅਲਟੀਮੇਟ ਲੱਗਿਆ। ਆਈ ਥਿੰਕ ਜਿੰਨਾ ਕੁਛ ਉਹਨਾਂ ਨਾਲ ਹੋਇਆ ਉਹ ਅਜੇ ਆਪਣੇ ਨਾਲ ਮੈਂ ਮੰਨੂਗਾ ਨਾ ਹੀ ਪਰਮੇਸ਼ਰ ਦੁਬਾਰਾ ਕਿਸੇ ਦੇ ਜੀਵਨ 'ਚ ਮੌਕਾ ਲਿਆਵੇ, ਅਤੇ ਨਾ ਹੀ ਅਜੇ ਉੱਥੋਂ ਤੱਕ ਅਜੇ ਪਹੁੰਚੇ ਆਪਾਂ। ਔਰ ਜੇ ਅਸੀਂ ਜਲਦੀ ਜਾਗ ਗਏ ਤਾਂ ਬਚ ਜਾਵਾਂਗੇ, ਅਦਰਵਾਈਜ਼ ਪਹੁੰਚ ਜਾਵਾਂਗੇ ਇੱਕ ਦਿਨ ਉੱਥੇ। ਕਿ ਹਿਟਲਰ ਨੇ ਕਿਸ ਤਰ੍ਹਾਂ ਯਹੂਦੀਆਂ ਨੂੰ ਖਤਮ ਕਰਨ ਦੀ ਜਿੱਦ ਪਾਲੀ ਹੋਈ ਸੀ। 1.5 ਤੋਂ 2 ਕਰੋੜ ਯਹੂਦੀ ਨੂੰ ਗੈਸ ਦੀਆਂ ਭੱਠੀਆਂ 'ਚ ਜਿੰਦਾ ਜਲਾਇਆ ਗਿਆ ਸੀ, ਠੀਕ ਆ। ਉਸ ਟਾਈਮ ਜਿਹੜਾ ਇੱਕ ਕੌਮ ਨੂੰ ਖਤਮ ਨਹੀਂ ਕਰ ਦੇਣਾ, ਠੀਕ ਆ, ਉਹ ਵੀ ਇੱਕ ਤਾਨਾਸ਼ਾਹੀ ਤਰੀਕੇ ਦੇ ਨਾਲ, ਤਾਂ ਉਸ ਕੌਮ ਨੇ ਉਸ ਪੀੜਾ ਨੂੰ ਹਟਾ ਲਿਆ, ਠੀਕ ਆ। ਬੜੀ ਪੈਨਿਕ ਸਿਚੁਏਸ਼ਨ, ਆਪਾਂ ਪਿਕ ਵੀ ਦੇਖਦੇ ਹਾਂ, ਗੂਗਲ ਕਰਦੇ ਹਾਂ ਤਾਂ ਉੱਥੇ ਬਹੁਤ ਸਾਰੀਆਂ ਫੋਟੋ ਆਪਾਂ ਨੂੰ ਮਿਲਦੀਆਂ ਨੇ, ਕਿਵੇਂ ਭੱਠੀਆਂ ਬਣਾਈਆਂ ਨੇ, ਬਾਹਰ ਕੱਪੜੇ ਉਤਾਰ ਕੇ ਢੇਰ ਲਗਾਏ ਹੋਏ ਨੇ ਉਹਨੇ, ਔਰ ਵਾਰੀ ਅੰਦਰ ਸੁੱਟ ਰਹੇ ਨੇ, ਤਾਂ ਸਾਰਾ ਕੁਝ ਇੱਕ ਦਿਖਾਇਆ ਗਿਆ। ਤਾਂ ਉਸ ਟਾਈਮ ਤੇ ਯਹੂਦੀ ਜਿਹੜੀ ਕਮਿਊਨਿਟੀ ਸੀ, ਜਿੰਨੇ ਕਿ ਵੀ ਲੋਕ ਉਹਨਾਂ ਦੇ ਬਚ ਗਏ ਸੀ, 2% ਬਚੇ, 5 ਬਚੇ, 3 ਬਚੇ, 7 ਬਚੇ, ਜਿੰਨੇ ਕਿ ਵੀ ਬਚ ਗਏ ਸੀ, ਇੰਨਾ ਕੁਛ ਹੋਣ ਦੇ ਬਾਵਜੂਦ ਵੀ ਉਹਨਾਂ ਨੇ ਆਪਣੇ ਅੰਦਰ ਇੱਕ ਵਿਲ ਪਾਵਰ ਕ੍ਰੀਏਟ ਕੀਤੀ ਔਰ ਆਪਣਾ ਇੱਕ ਮੈਥਡ ਬਣਾਇਆ, ਜਿਹਨੂੰ ਅਸੀਂ ਇਜ਼ਰਾਈਲ ਮੈਥਡ ਕਹਿੰਦੇ ਹਾਂ। ਮੈਥਡ ਕੀ ਸੀ? ਉਹਨਾਂ ਨੇ ਸਭ ਤੋਂ ਪਹਿਲਾਂ ਟਾਰਗੇਟ ਕੀਤਾ ਐਜੂਕੇਸ਼ਨ ਨੂੰ। ਸਭ ਤੋਂ ਪਹਿਲਾਂ ਉਹਨਾਂ ਨੇ ਏਮ ਬਣਾਇਆ ਕਿ ਅਸੀਂ ਆਪਣੇ ਹਰ ਪਰਿਵਾਰ ਦੇ ਬੱਚੇ ਨੂੰ, ਹਰ ਮੈਂਬਰ ਨੂੰ ਐਜੂਕੇਟ ਕਰਾਂਗੇ। ਕਿਉਂ? ਜਿਹਦੇ ਕੋਲ ਐਜੂਕੇਸ਼ਨ ਹੋਏਗੀ ਉਹਨੂੰ ਕੋਈ ਮੂਰਖ ਨਹੀਂ ਬਣਾ ਸਕਦਾ। ਅੱਛਾ, ਐਜੂਕੇਸ਼ਨ ਹੋਣਾ ਤੇ ਰਾਈਟ ਐਜੂਕੇਸ਼ਨ ਹੋਣਾ, ਇਹ 'ਚ ਫਰਕ ਹੈ। ਉਹਨਾਂ ਨੇ ਰਾਈਟ ਇਨਫੋਰਮੇਸ਼ਨ ਤੇ ਰਾਈਟ ਐਜੂਕੇਸ਼ਨ ਨਾਲ ਜੋੜਿਆ, ਇਕੱਲਾ ਐਜੂਕੇਸ਼ਨ ਨਾਲ ਨਹੀਂ। ਐਜੂਕੇਸ਼ਨ ਦਾ ਮਤਲਬ ਸਾਨੂੰ ਪਤਾ ਹੀ ਨਹੀਂ ਸੀ ਕੀ ਪੜ੍ਹ ਰਹੇ ਹਾਂ, ਪਤਾ ਹੀ ਨਹੀਂ ਕੀ ਪੜ੍ਹ ਰਹੇ ਹਾਂ। ਉਸ ਪੜ੍ਹਾਈ ਦਾ ਤੁਹਾਡੇ ਜੀਵਨ 'ਚ ਕੋਈ ਫਾਇਦਾ ਹੈ, ਨੁਕਸਾਨ, ਤੁਹਾਡੀ ਪੀੜ੍ਹੀਆਂ ਨੂੰ ਕੋਈ ਫਾਇਦਾ ਹੋਏਗਾ, ਸਾਨੂੰ ਪਤਾ ਹੀ ਨਹੀਂ। ਲੇਕਿਨ ਉਹਨਾਂ ਨੇ ਉਹ ਚੀਜ਼ ਪੜ੍ਹਾਈ ਜਿਹੜੀ ਉਹਨਾਂ ਦੀ ਪੀੜ੍ਹੀਆਂ ਦੇ ਲਈ ਜ਼ਰੂਰੀ ਸੀ। ਉਹਨਾਂ ਨੂੰ ਪਤਾ ਸੀ ਕਿ ਇਹ ਐਜੂਕੇਸ਼ਨ ਦੇ ਨਾਲ ਅਸੀਂ ਆਪਣੀ ਜਿੰਨੇ ਕੁ ਵੀ ਸਾਡੀ ਕਮਿਊਨਿਟੀ ਬਚੀ ਆ, ਆਉਣ ਵਾਲੀ ਜਨਰੇਸ਼ਨ ਨੂੰ ਅਸੀਂ ਇਸ ਧਰਤੀ ਉੱਤੇ ਆਪਣਾ ਇੱਕ ਹੋਲਡ ਬਣਾ ਪਾਵਾਂਗੇ। ਤਾਂ ਸਭ ਤੋਂ ਪਹਿਲਾਂ ਉਹਨਾਂ ਨੇ ਐਜੂਕੇਸ਼ਨ 'ਤੇ ਫੋਕਸ ਕੀਤਾ। ਸੇਮ ਹੀ ਉਸ ਮੈਥਡ ਨੂੰ ਯੂਜ਼ ਕਰਦੇ ਹੋਏ ਅਸੀਂ ਆਪਣੀ ਸੰਸਥਾ ਦੇ ਰਾਹੀਂ ਵੈਲਬਿੰਗ ਹੈਲਥ ਆਰਗੇਨਾਈਜੇਸ਼ਨ ਦੇ ਰਾਹੀਂ ਦਾ ਇੰਸਟੀਚਿਊਟ ਫਾਰ ਵੈਲਬਿੰਗ ਨੂੰ ਤਿਆਰ ਕੀਤਾ, ਔਰ ਉਹਦੇ ਵਿੱਚ ਅਸੀਂ ਲੋਕਾਂ ਨੂੰ ਵੈਲਨੈਸ ਸਾਇੰਸ ਕਲਾਸਿਸ ਨਾਲ ਜੋੜਨਾ ਸ਼ੁਰੂ ਕੀਤਾ ਕਿ ਕਮ ਸੇ ਕਮ ਲੋਕਾਂ ਨੂੰ ਇਹ ਤਾਂ ਪਤਾ ਲੱਗੇ ਨਾ ਕਿ ਜਿਹੜੇ ਰੋਗ ਦੀ ਮੈਂ ਦਵਾਈ ਲੈਣ ਜਾ ਰਿਹਾ, ਇਹ ਰੋਗ ਹੈ ਜਾਂ ਲੱਛਣ ਹੈ। ਜੇ ਲੱਛਣ ਹੈ ਤੈਨੂੰ ਮੈਂ ਘਰੇ ਠੀਕ ਕਰ ਸਕਦਾ, ਤੇ ਲੱਛਣ ਦੀ ਦਵਾਈ ਖਾ ਲਈ ਤੈਨੂੰ ਰੋਗ ਬਣ ਜਾਣਾ, ਠੀਕ ਹੈ ਜੀ। ਤਾਂ ਉਹਨੂੰ ਐਜੂਕੇਸ਼ਨ ਨਾਲ ਜੋੜਿਆ। ਔਰ ਅੱਛਾ, ਉਹਦੇ ਲਈ ਅਸੀਂ ਕ੍ਰਾਈਟੇਰੀਆ ਰੱਖਿਆ ਕਿ ਜ਼ਰੂਰੀ ਨਹੀਂ ਕਿ ਕੋਈ ਪੜ੍ਹਿਆ ਲਿਖਿਆ ਹੋਵੇ, ਅਸੀਂ ਕਿਹਾ ਬੇਸਿਕ
ਐਡਵਾਂਸ ਤੇ ਟੈਕਨੀਕਲ ਬਣਾਇਆ। ਬੇਸਿਕ 'ਚ ਅਸੀਂ ਅੰਗੂਠਾ ਛਾਪ ਨੂੰ ਵੀ ਆਫਰ ਦਿੱਤੀ ਕਿ ਤੂੰ ਵੀ ਆ, ਕਿਉਂਕਿ ਇਸ ਧਰਤੀ ਤੇ ਉਹਨਾਂ ਹੱਕ ਤੇਰਾ ਵੀ ਹੈ ਜਿੰਦਾ ਰਹਿਣ ਦਾ। ਠੀਕ ਹੈ, ਜੇ ਤੈਨੂੰ ਇੰਨੀ ਸਮਝ ਹੈ ਕਿ ਭੁੱਖ ਲੱਗਣ ਤੋਂ ਬਾਅਦ ਮੈਂ ਡਾਕਟਰ ਕੋਲ ਨਹੀਂ ਰਸੋਈ 'ਚ ਜਾਣਾ ਹੈ, ਤਾਂ ਤੂੰ ਸਿੱਖ ਸਕਦਾ ਕਿ ਜਿੰਦਾ ਕਿਵੇਂ ਰਿਹਾ ਜਾ ਸਕਦਾ। ਹਾਂ, ਜਿਹਨੂੰ ਇੰਨੀ ਨਹੀਂ ਹੈ ਸਮਝ, ਉਹ ਨਹੀਂ ਸਿੱਖ ਸਕਦਾ ਸਾਡੇ ਤੋਂ। ਤਾਂ ਉਹਨਾਂ ਲੋਕਾਂ ਨੇ ਵੀ ਸਿੱਖਿਆ। ਅੱਜ ਉਹਨਾਂ ਨੇ ਆਪਣੇ ਜੀਵਨ ਨੂੰ ਬੜਾ ਅੱਛਾ ਕੰਟਰੋਲ ਕੀਤਾ, ਬਿਮਾਰੀਆਂ ਨੂੰ ਕੰਟਰੋਲ ਕੀਤਾ, ਆਪਣੇ ਸਿੰਪਟਮਸ ਨੂੰ ਕੰਟਰੋਲ ਕੀਤਾ। ਅੱਛਾ, ਦੂਸਰੇ ਨੰਬਰ ਤੇ ਇਹ ਸੀ ਕਿ ਜਦੋਂ ਐਜੂਕੇਸ਼ਨ ਸਿਸਟਮ ਜਿਹੜਾ ਇਜ਼ਰਾਈਲ ਦੇ ਵਿੱਚ ਜਿਹੜਾ ਦੂਸਰਾ ਸਿਸਟਮ ਸੀ ਉਹਨਾਂ ਦਾ, ਉਹਨਾਂ ਨੇ ਇਹ ਇੱਕ ਰੂਲ ਬਣਾ ਦਿੱਤਾ ਕਿ ਹਰ ਘਰ ਦੇ ਵਿੱਚ ਅਗਰ ਮੇਲ ਹੈ ਤਾਂ 3 ਸਾਲ ਆਰਮੀ ਦੀ ਟ੍ਰੇਨਿੰਗ ਲਏਗਾ, ਫੀਮੇਲ ਹੈ ਤਾਂ 2 ਸਾਲ ਦੀ ਆਰਮੀ ਟ੍ਰੇਨਿੰਗ ਲਏਗਾ, ਜਿਹਦੇ ਨਾਲ ਉਹਨਾਂ ਦਾ ਦੇਸ਼ ਨੂੰ ਡਿਫੈਂਸ ਦੇ ਤੌਰ ਤੇ ਤਿਆਰ ਕਰਨਾ ਉਹ ਵੀ ਕੰਪਲੀਟ ਹੋ ਗਿਆ। ਆਰਮੀ ਵੀ ਐਕਸਟਰਾ ਭਰਤੀ ਨਹੀਂ ਕਰਨੀ ਪਈ, ਹਰ ਘਰ ਦਾ ਮੈਂਬਰ ਉਹਨਾਂ ਨੇ ਫੌਜੀ ਬਣਾ ਦਿੱਤਾ। ਠੀਕ ਹੈ ਜੀ, ਹਰ ਪਲੇ ਗਰਾਊਂਡ ਦੇ ਵਿੱਚ ਉਹਨੇ ਬੰਕਰ ਬਣਾ ਦਿੱਤੇ, ਹਰ ਕਲੋਨੀ 'ਚ ਬੰਕਰ ਬਣਾ ਦਿੱਤੇ। ਅੱਜ ਪੂਰੀ ਕੰਟਰੀ ਨੂੰ ਐਂਟੀ ਬਲਾਸਟਿਕ ਮਿਜ਼ਾਈਲ ਸਿਸਟਮ ਦੇ ਨਾਲ ਉਹਨਾਂ ਨੇ ਕਵਰ ਕਰ ਦਿੱਤਾ। ਟੈਕਨੀਕ ਨੂੰ ਵੀ ਉਹਨਾਂ ਨੇ ਇੰਪਲੀਮੈਂਟ ਕਰ ਲਿਆ। ਅੱਜ ਕੰਪਲੀਟਲੀ ਜੇ ਤੁਸੀਂ ਗੂਗਲ ਕਰੋ, ਜਾਣਕਾਰੀ ਇਕੱਠੀ ਕਰੋ, ਪੂਰੇ ਵਰਲਡ ਦੇ ਜਿਹੜਾ ਫਾਈਨਾਂਸ ਸੈਕਟਰ ਹੈ, ਵਰਲਡ ਬੈਂਕ ਆ, ਉਹਦੇ ਤੇ ਯਹੂਦੀ ਕਮਿਊਨਿਟੀ ਦਾ ਪੂਰਾ ਹੋਲਡ ਹੈ। ਠੀਕ ਆ, ਤਾਂ ਉਸ ਅੱਜ ਅੱਛਾ ਜਿਹਦੇ ਕੋਲ ਕੈਸ਼ ਆ ਗਿਆ, ਜਿਹਦੇ ਕੋਲ ਫਾਈਨਾਂਸ ਆ ਗਿਆ ਦੁਨੀਆ ਦਾ, ਨੈਚੁਰਲੀ ਗੱਲ ਹੈ ਪੂਰੀ ਦੁਨੀਆ ਦੀ ਮੁੱਠੀ 'ਚ। ਤਾਂ ਉਹਨਾਂ ਨੇ ਪੂਰਾ ਹੋਲਡ ਬਣਾਇਆ। ਤਾਂ ਸੇਮ ਤਰੀਕੇ ਦੇ ਨਾਲ ਅਸੀਂ ਇਸ ਚੀਜ਼ ਨੂੰ ਇੰਪਲੀਮੈਂਟ ਕੀਤਾ ਕਿ ਅਗਰ ਇੱਕ ਛੋਟਾ, ਅੱਛਾ ਜੇ ਤੁਸੀਂ ਇਜ਼ਰਾਈਲ ਦੇ ਸਾਈਜ਼ ਵੱਲ ਜਾਓ ਨਾ, ਤਾਂ ਕੈਲੀਫੋਰਨੀਆ ਜਿਹੜਾ ਕਿ ਅਮਰੀਕਾ ਦੀ ਸਿਟੀ ਹੈ, ਉਹਦੇ ਵਿੱਚ 20 ਇਜ਼ਰਾਈਲ ਆ ਜਾਣ। ਠੀਕ ਆ, ਉਹ ਇੰਨਾ ਛੋਟਾ ਹੈ, ਚਾਰੇ ਪਾਸੇ ਦੁਸ਼ਮਣਾਂ ਘੇਰਿਆ। ਅੱਛਾ, ਜਿੰਨੀ ਵਾਰੀ ਵੀ ਦੁਸ਼ਮਣਾਂ ਨੇ ਅਟੈਕ ਕੀਤਾ, ਉਨੀ ਵਾਰੀ ਉਹਨਾਂ ਨੇ ਵਾਪਸ ਉਹਨਾਂ ਨੂੰ ਰਿਪਲਾਈ ਕੀਤਾ ਅਟੈਕ ਦੇ ਰੂਪ ਤੇ। ਉਹਨਾਂ ਦੀ ਜ਼ਮੀਨ ਆਪਦੀ ਵਧੀ ਹੈ। ਠੀਕ ਹੈ, ਹਾਰੇ ਨਹੀਂ ਹੋ ਕਿਤੇ ਉਹਨਾਂ ਦੀ। ਅੱਛਾ, ਉਹਨਾਂ ਦੀ ਇੱਕ ਪਾਲਿਸੀ ਹੈ, ਇਜ਼ਰਾਈਲ ਕਹਿੰਦਾ ਮੇਰਾ 1 ਮਾਰੋ, ਤੁਹਾਡੇ 10 ਮਾਰੂ, ਤੇ ਕਦੀ ਉਸ ਪਾਲਿਸੀ ਨੂੰ ਉਹਨਾਂ ਨੇ ਤੋੜਿਆ ਨਹੀਂ। ਤੁਹਾਨੂੰ ਯਾਦ ਹੋਏਗਾ 90 ਦੇ ਵਿੱਚ ਆਈ ਥਿੰਕ ਜਾਂ 80 ਦੇ ਵਿੱਚ, ਮੈਨੂੰ ਉਹ ਡੇਟ ਯਾਦ ਨਹੀਂ ਹੈ, ਲੇਕਿਨ ਇਨਸੀਡੈਂਟ ਤੁਸੀਂ ਪੜ੍ਹਿਆ ਵੀ ਹੋਊਗਾ, ਦੇਖਿਆ ਹੋਊਗਾ। ਉਹਨਾਂ ਦੀ ਫੁੱਟਬਾਲ ਟੀਮ ਦੇ ਕੁਝ ਪਲੇਅਰ ਮਾਰ ਦਿੱਤੇ ਗਏ ਸੀ, ਫਿਲੀਪੀਨਸ ਜਿਹੜੇ ਅੱਤਵਾਦੀ ਸੀ ਉਹਨਾਂ ਵੱਲੋਂ। ਤਾਂ ਇਜ਼ਰਾਈਲ ਦੇ ਰਾਸ਼ਟਰਪਤੀ ਨੇ ਸਾਰੇ ਪਲੇਅਰਸ ਦੇ ਘਰੇ ਜਾ ਕੇ ਮਾਫੀ ਮੰਗੀ, ਨਾਲ ਵਾਅਦਾ ਕੀਤਾ ਕਿ ਇੱਕ ਨੂੰ ਮਾਰਾਂਗੇ। 18 ਸਾਲ ਲੱਗੇ ਉਸ ਮਿਸ਼ਨ ਨੂੰ ਕੰਪਲੀਟ ਕਰਨ ਲੱਗੇ, ਜਿੱਥੇ ਵੀ ਇੱਕ ਮਾਰਿਆ। ਠੀਕ ਹੈ, ਇਹ ਔਨ ਰਿਕਾਰਡ ਹੈ ਜਿਹੜਾ ਮੈਂ ਬੋਲ ਰਿਹਾ ਹੈਗਾ। ਤਾਂ ਇਹ ਕਮਿਟਡ ਸੀ, ਉਹਨਾਂ ਨੇ ਆਪਣੇ ਆਪ ਨੂੰ ਲੋਕਾਂ ਨਾਲ ਇੱਕ ਫੇਸ ਜੋ ਵਾਅਦਾ ਕੀਤਾ ਉਹਨੂੰ ਪੂਰਾ ਕੀਤਾ। ਤਾਂ ਕਹਿਣ ਦਾ ਮਤਲਬ ਜਿਹੜੀ ਚੀਜ਼ ਦੀ ਆਪਾਂ ਗੱਲ ਕਰ ਰਹੇ ਸੀ ਉਹ ਇਹ ਸੀ ਕਿ ਉਹਨਾਂ ਨੇ ਅਗਰ ਹਰ ਘਰ ਦੇ ਵਿੱਚ ਇੱਕ ਫੌਜੀ ਤਿਆਰ ਕਰ ਲਿਆ, ਦੇਸ਼ ਨੂੰ ਡਿਫੈਂਸ ਤੌਰ ਤੇ ਸਟਰੋਂਗ ਕਰ ਲਈ। ਅੱਜ ਇਜ਼ਰਾਈਲ ਦੁਨੀਆ ਦਾ 8ਵਾਂ ਸ਼ਕਤੀਸ਼ਾਲੀ ਦੇਸ਼ ਹੈ, ਜਿਹਦਾ ਸਾਈਜ਼ ਕਿੰਨਾ ਹੈ, ਜਿਹਦੇ ਵਿੱਚ ਕੈਲੀਫੋਰਨੀਆ ਦੇ ਵਿੱਚ 20 ਇਜ਼ਰਾਈਲ ਹੋਰ ਆ ਸਕਦੇ ਆ। ਉਹ ਦੁਨੀਆ ਦਾ 8ਵਾਂ ਸ਼ਕਤੀਸ਼ਾਲੀ ਦੇਸ਼ ਹੈ। ਕਿਹਦੀ? ਅੱਛਾ, ਕਦੋਂ? 2nd ਵਰਲਡ ਵਾਰ ਦੇ ਟਾਈਮ ਤੇ, ਜਿਹੜਾ ਖਤਮ ਹੋ ਚੁੱਕਿਆ ਸੀ। ਕਿਹਦੇ ਸਿਰ ਤੇ ਉਹਨੇ ਗੇਨ ਕੀਤਾ? ਉਹਨੇ ਆਪਣੀ ਇੱਕ ਪਾਲਿਸੀ ਬਣਾਈ, ਇੱਕ ਮਿਸ਼ਨ ਬਣਾਇਆ, ਸਟਰੋਂਗ ਆਈਡੀਓਲੋਜੀ ਫਿਲਾਸਫੀ ਦੇ ਨਾਲ ਉਹਨੇ ਇੱਥੋਂ ਤੱਕ ਲੈ ਕੇ ਆਇਆ। ਸੇਮ ਚੀਜ਼ ਨੂੰ ਅਸੀਂ ਨਾਲ ਉੱਥੋਂ ਅਸੀਂ ਚੀਜ਼ ਨੂੰ ਦੇਖਿਆ। ਅਗਰ ਉਹ ਕੰਟਰੀ ਆਪਣੇ ਹਰ ਘਰ ਦੇ ਵਿੱਚ ਫੌਜੀ ਕ੍ਰੀਏਟ ਕਰ ਸਕਦੀ ਹੈ ਆਪਣੀ ਕੰਟਰੀ ਨੂੰ ਡਿਫੈਂਸ ਦੇਣ ਲਈ, ਤਾਂ ਕੀ ਅਸੀਂ ਹਰ ਘਰ ਦੇ ਵਿੱਚ ਆਪਣੇ ਪਰਿਵਾਰ ਨੂੰ ਤੰਦਰੁਸਤ ਰੱਖਣ ਵਾਲਾ ਡਾਕਟਰ ਨਹੀਂ ਬਣਾ ਸਕਦੇ? ਜਿਹੜਾ ਆਪਣੇ ਪਰਿਵਾਰ ਦੇ ਅੰਦਰ ਅਗਰ ਕਿਸੇ ਦਾ ਲੱਛਣ ਵਿਗੜਦਾ ਹੈ, ਕਮ ਸੇ ਕਮ ਉਹਨੂੰ ਆਪਣੀ ਐਜੂਕੇਸ਼ਨ ਜਿਹੜੀ ਉਹਨੇ ਗੇਨ ਕੀਤੀ ਹੈ ਵੈਲਨੈਸ ਸਾਇੰਸ ਕਲਾਸ ਦੇ ਕੋਰਸ ਦੇ ਵਿੱਚੋਂ, ਉਹਨੂੰ ਯੂਜ਼ ਕਰੇ ਤਾਂ ਉਹਨੂੰ ਬਿਮਾਰੀ ਬਣਨ ਤੋਂ ਰੋਕ ਸਕੇ। ਠੀਕ ਹੈ, ਸੋ ਇਸ ਸੀ ਇਜ਼ਰਾਈਲ ਮੈਥਡ ਜਿਹਨੂੰ ਅਸੀਂ ਯੂਜ਼ ਕੀਤਾ, ਜਿਹਦਾ ਫਾਇਦਾ ਬਹੁਤ ਸਾਰੇ ਪਰਿਵਾਰ ਅੱਜ ਲੈ ਰਹੇ ਨੇ। ਤਾਂ ਜੇ ਅਸੀਂ ਇਸ ਸਿਸਟਮ 'ਚੋਂ ਬਾਹਰ ਜਾਣਾ ਹੈਗਾ, ਅਸੀਂ ਅਗਰ ਬਿਮਾਰੀਆਂ ਦੇ ਜਿਹੜੇ ਜੰਗਲ 'ਚ ਦਲਦਲ 'ਚੋਂ ਬਾਹਰ ਆਉਣਾ ਹੈ, ਜੇ ਅਸੀਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਬਿਮਾਰੀ ਮੁਕਤ ਕਰਨਾ ਹੈ, ਤਾਂ ਸਾਨੂੰ ਆਪਣੇ ਪਰਿਵਾਰ ਨੂੰ ਤੰਦਰੁਸਤ ਰੱਖਣ ਵਾਲਾ ਡਾਕਟਰ ਬਣਨਾ ਪਏਗਾ। ਸਾਨੂੰ ਸਿੱਖਣਾ ਪਏਗਾ ਕਿ ਜਿੰਦਾ ਰਹਿਣ ਲਈ ਕੀ ਕਰਨਾ ਚਾਹੀਦਾ ਹੈ ਤੇ ਕਿਹੜੀਆਂ ਚੀਜ਼ਾਂ ਨੂੰ ਸਾਨੂੰ ਇਗਨੋਰ ਕਰਨਾ ਪਏਗਾ, ਕਿਹਨਾਂ ਨੂੰ ਐਕਸੈਪਟ ਕਰਨਾ ਪਏਗਾ। ਤੇ ਕੋਈ ਫਾਇਦਾ ਹੋਇਆ? ਕੋਈ ਆਪਣੇ ਨਾਲ ਲੋਕ ਜੁੜੇ ਫਿਰੇ ਜਦੋਂ ਤੁਸੀਂ ਇਹ ਕਨਸੈਪਟ ਲੈ ਕੇ ਆਏ? ਜੀ, ਤਕਰੀਬਨ ਸਰ ਜੇ ਮੈਂ ਔਨ ਰਿਕਾਰਡ ਜੋ ਰਜਿਸਟਰਡ ਡਾਟਾ ਹੈ ਤਾਂ 30,000 ਤੋਂ ਪਲੱਸ ਪਰਿਵਾਰ ਸਾਡੇ ਨਾਲ ਇਹਦੇ ਵਿੱਚ ਜੁੜਿਆ। 30,000 ਤੋਂ ਵੱਧ? 30,000 ਜੋ ਸਾਡੇ ਕੋਲ ਰਜਿਸਟਰਡ ਡਾਟਾ ਹੈ, ਜਿਨ੍ਹਾਂ ਦੇ ਨਾਮ ਪਤਾ, ਆਧਾਰ ਕਾਰਡ ਵਿਦ ਮੋਬਾਈਲ ਨੰਬਰ ਸਾਰਾ ਕੁਝ, ਜਿਨ੍ਹਾਂ ਦੀ KYC ਸਾਡੇ ਕੋਲ ਕੰਪਲੀਟ ਹੈ, ਉਹ ਜੁੜਨ ਦਾ ਸਭ ਦਾ ਇੱਕੋ ਸੋਚ ਸੀ। ਜਿਨ੍ਹਾਂ ਨੇ ਸਾਡੀ ਇਸ ਸੋਸ਼ਲ ਕਨਵਰਸੇਸ਼ਨ ਨੂੰ ਸੁਣਿਆ, ਸਾਡੇ ਇਹਨਾਂ ਸੈਮੀਨਾਰਸ ਨੂੰ ਅਟੈਂਡ ਕੀਤਾ, ਇਸ ਸੋਚ ਨੂੰ ਸਮਝਿਆ। ਅੱਛਾ, ਵੱਡੀ ਚੀਜ਼ ਸਾਨੂੰ ਖੁਸ਼ੀ ਹੋਈ, ਅਸੀਂ ਇਹਦੀ ਸ਼ੁਰੂਆਤ ਕਿਸੇ ਸ਼ਹਿਰ 'ਚੋਂ ਨਹੀਂ ਕੀਤੀ ਸੀ। ਸਭ ਤੋਂ ਪਹਿਲਾਂ ਅਸੀਂ ਪਿੰਡਾਂ ਵੱਲ ਗਏ।
ਕਿਉਂਕਿ ਹਰ ਬੰਦਾ ਇਹ ਕਹਿੰਦਾ ਜੀ ਪਿੰਡ ਦੇ ਲੋਕ ਨਹੀਂ ਸਮਝਦੇ, ਲੇਕਿਨ ਸਾਨੂੰ ਖੁਸ਼ੀ, ਸਾਨੂੰ ਮਾਣ ਵੀ ਹੋਇਆ ਸਭ ਤੋਂ ਅੱਛੇ ਤਰੀਕੇ ਨਾਲ ਪਿੰਡਾਂ ਦੇ ਲੋਕਾਂ ਨੇ ਉਹਨੂੰ ਸਮਝਿਆ, ਐਕਸੈਪਟ ਕੀਤਾ ਔਰ ਅੱਜ ਇੰਪਲੀਮੈਂਟ ਵੀ ਕੀਤਾ ਆਪਣੇ ਪਰਿਵਾਰਾਂ 'ਚ। ਅੱਜ ਬਹੁਤ ਸਾਰੇ ਪਰਿਵਾਰਾਂ ਨੇ ਇਹ ਤੋਂ ਫਾਇਦਾ ਲੈ ਲਿਆ। ਯਾਨੀ 30,000 ਬੰਦੇ ਤੁਹਾਡੇ ਕੋਲ, 30,000 ਪਰਿਵਾਰ ਤੁਹਾਡੇ ਕੋਲੋਂ ਆ ਕੇ ਇੱਥੇ ਵੈਲਨੈਸ ਕਲਾਸਿਸ ਲਗਾ ਕੇ ਗਏ ਨੇ। ਵੈਲਨੈਸ ਸਾਇੰਸ ਕਲਾਸਿਸ ਨਹੀਂ ਉਹਨਾਂ ਨੇ, ਮੈਂ 30,000 ਦਾ ਨਹੀਂ ਗੱਲ ਕਰ ਰਿਹਾ, ਜਿਹੜੇ ਸਿਰਫ ਤੇ ਸਿਰਫ ਇਸ ਜਦੋਂ ਸਾਡੇ ਕੈਂਪ ਲੱਗਦੇ ਸੀ, ਸੈਮੀਨਾਰਸ ਲੱਗਦੇ ਸੀ, ਤਾਂ ਉਸ ਜਦੋਂ ਕੈਂਪ ਸੈਮੀਨਾਰ ਲੱਗਣ ਤੋਂ ਬਾਅਦ ਜਿਹੜੇ ਲੋਕ ਇਸ ਚੀਜ਼ ਨਾਲ ਜੁੜਨਾ ਚਾਹੁੰਦੇ ਆ ਉਹਨਾਂ ਦੇ ਅਸੀਂ ਇੱਕ ਫਾਰਮੈਲਿਟੀ, ਇੱਕ ਰਜਿਸਟ੍ਰੇਸ਼ਨ ਕਰਦੇ ਸੀ ਫਾਰਮੈਲਿਟੀ ਦੇ ਤੌਰ ਤੇ ਕਿ ਇਹਨਾਂ ਲੋਕਾਂ ਨੇ ਸੁਣਿਆ ਔਰ ਇਹਨਾਂ ਲੋਕਾਂ ਨੇ ਸੁਣ ਕੇ ਇਸ ਚੀਜ਼ ਨੂੰ ਇੰਪਲੀਮੈਂਟ ਕੀਤਾ। ਅੱਛਾ ਹਾਂ, ਉਹਦੇ ਵਿੱਚੋਂ ਜਿਹੜੇ ਲੋਕ, ਇਹ 30,000 ਉਹ ਅੰਕੜਾ ਵਾ ਜਿਨ੍ਹਾਂ ਨੇ ਆਪਣੀ ਆਪਣੀ ਬਿਮਾਰੀ ਦੇ ਲਈ ਸਾਡੇ ਤੱਕ ਅਪਰੋਚ ਕੀਤਾ। ਹਾਂ, ਇਹਦੇ ਵਿੱਚੋਂ ਜਿਨ੍ਹਾਂ ਨੇ ਸਾਇੰਸ ਕਲਾਸਿਸ ਅਟੈਂਡ ਕੀਤੀਆਂ ਔਰ ਅੱਗੇ ਉਹ ਲੋਕਾਂ ਨੂੰ ਵੀ ਇਸ ਭਲੇ ਦੇ ਮਿਸ਼ਨ ਨਾਲ ਜੁੜਨ ਦੀ ਕੋਸ਼ਿਸ਼ ਕੀਤੀ, ਉਹ ਅੰਕੜਾ ਤਕਰੀਬਨ 2500 3000 ਹੈ। ਠੀਕ ਹੈ, ਜਿਨ੍ਹਾਂ ਨੇ ਅੱਗੇ ਲੋਕਾਂ ਤੱਕ ਇਸ ਆਵਾਜ਼ ਨੂੰ ਪਹੁੰਚਾਉਣ ਦੀ ਕੋਸ਼ਿਸ਼ ਕੀਤੀ, ਆਪਣੇ ਪਰਿਵਾਰ ਨੂੰ ਬਚਾਇਆ। ਠੀਕ ਹੈ, ਇਨ ਫਿਊਚਰ ਤੁਹਾਡੇ ਅੱਗੇ ਵੀ ਉਹ ਅਸੀਂ ਪੇਸ਼ੈਂਟ, ਜਿਹੜੇ ਪਹਿਲਾਂ ਪੇਸ਼ੈਂਟ ਸੀ, ਅੱਜ ਉਹ ਇਸੇ ਹੀ ਮੈਥਡ ਦੇ ਥਰੂ ਹਰ ਪਰਿਵਾਰ ਤੱਕ ਇਹ ਵੈਲਨੈਸ ਸਾਇੰਸ ਕਲਾਸ ਨੂੰ ਪ੍ਰਮੋਟ ਕਰ ਰਹੇ ਨੇ ਔਰ ਜੋੜ ਰਹੇ ਨੇ ਲੋਕਾਂ ਨੂੰ। ਜੀ ਡਾਕਟਰ ਸਾਹਿਬ, ਤੇ ਜਿਹੜੇ ਕੋਈ ਬੰਦੇ ਹੁਣ ਆਪਣੇ ਦੇਖ ਰਹੇ ਨੇ, ਦਰਸ਼ਕ ਸਾਡੇ ਨਾਲ ਇਹ ਸਾਰਾ ਪ੍ਰੋਗਰਾਮ ਆਪਣਾ ਦੇਖ ਰਹੇ ਨੇ, ਤੇ ਕੀ ਉਹਨਾਂ ਨੂੰ ਵੀ ਲੱਗਦਾ ਹੈ ਕਿ ਉਹ ਵੀ ਆਪਣੇ ਪਰਿਵਾਰ ਦਾ, ਆਪਣੇ ਘਰ ਦਾ ਜਿਹੜਾ ਡਾਕਟਰ ਹੈ ਉਹ ਆਪ ਬਣ ਸਕਦੇ ਨੇ, ਆਪਣੇ ਤੰਦਰੁਸਤੀ ਲੈਵਲ ਆਪਣੇ ਆਪ ਸੈੱਟ ਕਰ ਸਕਦੇ ਨੇ, ਉਹਨਾਂ ਨੂੰ ਕੀ ਕਰਨਾ ਪਏਗਾ? ਦੇਖੋ, ਵੈਸੇ ਤਾਂ ਸਾਡੀ ਕਲਾਸ ਫਿਜ਼ੀਕਲੀ ਲੱਗਦੀ ਹੈ। ਠੀਕ ਹੈ, ਜਿਹੜਾ ਅਸੀਂ ਏਰੀਆ ਵਾਈਜ਼ ਵੀ ਲਗਾਉਂਦੇ ਹਾਂ, ਜਿੱਥੇ ਸਟੂਡੈਂਟ ਅਸੀਂ ਗਰੁੱਪ ਬਣਾਏ ਹੁੰਦੇ ਨੇ, ਲੇਕਿਨ ਹੁਣ ਕੋਵਿਡ ਦੇ ਵਿੱਚ ਅਸੀਂ ਇਹਨੂੰ ਜ਼ੂਮ ਮੀਟਿੰਗ 'ਤੇ ਕਰ ਰਹੇ ਹਾਂ। ਠੀਕ ਹੈ, ਜਿਹਦੇ ਵਿੱਚ ਹੋਰ ਜ਼ਿਆਦਾ ਲੋਕਾਂ ਦੇ ਜੁੜਨ ਦੀ ਤਾਦਾਦ ਵਧੀ ਆ, ਬਹੁਤ ਜ਼ਿਆਦਾ ਵਧੀ ਹੈਗੀ ਹੈ। ਸਾਨੂੰ ਰੈਗੂਲਰ ਕਾਲਸ ਆ ਰਹੀਆਂ ਨੇ ਕਿ ਡਾਕਟਰ ਸਾਹਿਬ ਅਸੀਂ ਵੀ ਸਾਇੰਸ ਕਲਾਸ ਦਾ ਹਿੱਸਾ ਬਣਨਾ ਚਾਹੁੰਦੇ ਹਾਂ। ਅਸੀਂ ਇਹਨੂੰ ਹੋਰ ਈਜ਼ੀ ਤੋਂ ਈਜ਼ੀ ਕਰਨਾ ਚਾਹੁੰਦੇ ਹਾਂ। ਅਸੀਂ ਚਾਹੁੰਦੇ ਹੈਗੇ ਕਿ ਇਹਦੇ ਵਿੱਚ ਅਸੀਂ ਬੇਸਿਕ ਬਣਾਇਆ 6 ਕਲਾਸਿਸ ਦਾ। ਜਿਵੇਂ ਜਿਵੇਂ ਤੁਸੀਂ 6 ਕਲਾਸਿਸ ਆਪਦੀਆਂ ਕਲਾਸਿਸ ਅਟੈਂਡ ਕਰਦੇ ਜਾਂਦੇ ਹੋ, ਸਿੱਖਦੇ ਜਾਂਦੇ ਹੋ, ਨਾਲ ਦੀ ਨਾਲ ਤੁਸੀਂ ਆਪਣੇ ਪਰਿਵਾਰ, ਆਪਣੇ ਨੀਅਰ ਡੀਅਰ ਦੀ ਕਾਉਂਸਲਿੰਗ ਵੀ ਸ਼ੁਰੂ ਕਰਦੇ ਹੋ, ਜਿਹਦੇ ਵਿੱਚ ਸਾਡਾ ਇੱਕ ਕੋਆਰਡੀਨੇਟਰ, ਸਾਡਾ ਇੱਕ ਵੈਲਨੈਸ ਕੰਸਲਟੈਂਟ ਐਜ਼ ਏ ਸਪੋਰਟ, ਤੁਹਾਡੀ ਸਪੋਰਟ ਵੀ, ਇਹਨਾਂ ਦੀ ਸਪੋਰਟ ਵੀ ਕਰਦਾ, ਜਿਹੜੇ ਲੋਕ ਸਾਡੇ ਨਾਲ ਜੁੜਦੇ ਨੇ, ਤਾਂ ਜੋ ਉਹ ਇਹਦਾ ਨਾਲ ਇੱਕ ਪ੍ਰੈਕਟੀਕਲ ਵੀ ਸ਼ੁਰੂ ਕਰ ਸਕਣ। ਠੀਕ ਹੈ, ਕਿਉਂਕਿ ਕਾਮਨ ਜੀ ਗੱਲ ਹੈ ਸਰ, ਐਸਿਡ ਬਣ ਰਿਹਾ, BP ਅਪ ਡਾਊਨ ਹੋ ਰਿਹਾ, ਨੀਂਦ ਨਹੀਂ ਆ ਰਹੀ, ਸਰਵਾਈਕਲ ਦੀ ਸਮੱਸਿਆ ਹੈਗੀ ਆ, ਕੌਨਸਟੀਪੇਸ਼ਨ ਹੈਗੀ ਆ। ਠੀਕ ਹੈ, ਸ਼ੂਗਰ ਲੈਵਲ 130 40 50 60 70 ਚੱਲ ਰਿਹਾ ਹੈਗਾ। ਠੀਕ ਹੈ, ਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਅਸੀਂ ਹੈਬਿਟਸ ਨੂੰ ਚੇਂਜ ਕਰਕੇ, ਲਾਈਫ ਸਟਾਈਲ ਨੂੰ ਮੈਨੇਜ ਕਰਕੇ ਠੀਕ ਕਰ ਸਕਦੇ ਹੁੰਦੇ ਹਾਂ। ਇਹਨਾਂ ਵਾਸਤੇ ਕਿਸੇ ਟੈਬਲੇਟ, ਕੈਪਸੂਲ ਜਾਂ ਇੰਜੈਕਸ਼ਨ ਦੀ ਜ਼ਰੂਰਤ ਨਹੀਂ ਹੁੰਦੀ ਹੈਗੀ। ਹਾਂ, ਕਰੋਨਿਕਲ ਜਦੋਂ ਜਾਂਦੇ ਹਾਂ ਫਿਰ ਹੈ, ਤਾਂ ਕਰੋਨਿਕਲ ਅਸੀਂ ਜਾਣ ਹੀ ਕਿਉਂ ਦਈਏ ਜੇ ਸਾਡੇ ਕੋਲ ਬੇਸਿਕ ਗਿਆਨ ਆ ਜਾਵੇ, ਜੇ ਸਾਨੂੰ ਇਹ ਸਮਝ ਲੱਗ ਜਾਵੇ ਕਿ ਜੇ ਮੇਰਾ BP ਵੱਧ ਕਿਉਂ ਰਿਹਾ ਹੈ, ਉਸ ਕਿਉਂ ਦਾ ਤੁਹਾਨੂੰ ਜਵਾਬ ਹੀ ਆ ਜਾਵੇ, ਤਾਂ ਦੈਨ ਤੁਸੀਂ ਉਹਨੂੰ ਮੈਨੇਜ ਕਰ ਦੋਗੇ ਆਪਣੇ ਆਪ ਹੀ। ਜੇ ਤੁਹਾਨੂੰ ਇਹ ਪਤਾ ਲੱਗ ਜਾਏ ਮੇਰੇ ਗੈਸਟ੍ਰਿਕ ਪ੍ਰੋਬਲਮ ਕਿਉਂ ਹੋ ਰਹੀ ਹੈ, ਤੁਸੀਂ ਉਹਨੂੰ ਕਦੀ ਵੀ ਅਲਸਰ ਨਹੀਂ ਬਣ ਦੋਗੇ। ਠੀਕ ਹੈ, BP ਦੀ ਪ੍ਰੋਬਲਮ ਦੀ ਤੁਹਾਨੂੰ ਸਮਝ ਲੱਗ ਗਈ, ਤੁਸੀਂ ਕਦੀ ਵੀ ਸਟੰਟ ਤੱਕ ਜਾ ਹੀ ਨਹੀਂ ਪਾਓਗੇ। ਠੀਕ ਹੈ, ਤਾਂ ਇਹ ਸਾਰੀਆਂ ਚੀਜ਼ਾਂ ਜੇ ਸਾਨੂੰ ਪਹਿਲਾਂ ਸਮਝ ਲੱਗ ਜਾਣ, ਇਹ ਕਾਹਦੇ ਨਾਲ ਲੱਗਣਗੇ? ਐਜੂਕੇਸ਼ਨ ਨਾਲ। ਠੀਕ ਹੈ, ਤਾਂ ਅਸੀਂ ਲੋਕਾਂ ਦੀ ਭਾਸ਼ਾ 'ਚ ਸਮਝਾ ਰਹੇ ਹਾਂ, ਠੇਠ ਬੰਦਾ ਵੀ ਸਾਡੀ ਸਾਇੰਸ ਕਲਾਸ ਨੂੰ ਸੁਣੇ, ਬਿਲਕੁਲ ਠੇਠ ਪੰਜਾਬੀ 'ਚ ਸਰੀਰ ਸਿਖਾਉਂਦੇ, ਅਸੀਂ ਸਰੀਰ ਸਮਝਾਉਂਦੇ ਹਾਂ, ਸਰੀਰ ਕੰਮ ਕਿਵੇਂ ਕਰਦਾ ਤੇ ਸਿਸਟਮ ਕਿੰਨੇ ਨੇ, ਔਰ ਜਦੋਂ ਸਿਸਟਮ ਨੂੰ ਸਮਝਦੇ ਨੇ ਫਿਰ ਉਹਨਾਂ ਨੂੰ ਹੋਰ ਜ਼ਿਆਦਾ ਸਮਝ ਲੱਗ ਜਾਂਦੀ ਹੈ ਕਿ ਰੋਟੀ ਕਿਵੇਂ ਖਾਣੀ ਹੈ, ਪਾਣੀ ਕਿਵੇਂ ਪੀਣਾ ਹੈ, ਸੌਣਾ ਕਿਵੇਂ ਹੈ। ਠੀਕ ਹੈ, ਕਿੰਨਾ ਟਾਈਮ ਤੁਸੀਂ ਸੌਣਾ, ਇਹ ਸਾਰੀਆਂ ਚੀਜ਼ਾਂ ਫਿਰ ਆਟੋਮੈਟਿਕ ਕਰਨ ਲੱਗ ਪੈਂਦੇ ਨੇ। ਠੀਕ ਹੈ, ਤਾਂ ਇਹ ਤਾਂ ਜਿੰਨੇ ਵੀ ਦਰਸ਼ਕ ਨੇ, ਕੋਈ ਜੁੜਨਾ ਚਾਹੁੰਦਾ ਉਹ ਜੁੜ ਸਕਦਾ। ਹਰ ਮਹੀਨੇ ਸਾਡੀ ਕਲਾਸ ਦਾ ਇੱਕ ਸ਼ਡਿਊਲ ਅਨਾਉਂਸ ਹੁੰਦਾ, ਉਸ ਸਾਇੰਸ ਕਲਾਸ ਨੂੰ ਤੁਸੀਂ ਜਿਹੜਾ ਹੈਗਾ ਆਪਦਾ ਸਾਡੇ ਹੈਲਪਲਾਈਨ ਨੰਬਰ 'ਤੇ ਕਾਲ ਕਰਕੇ ਆਪਣਾ ਨਾਮ, ਨੰਬਰ ਸਾਰਾ ਨੋਟ ਡਾਊਨ ਕਰਵਾ ਸਕਦੇ ਹੋ। ਕਿਹੜੀਆਂ ਬਿਮਾਰੀਆਂ ਤੋਂ ਗ੍ਰਸਤ ਹੋ, ਤੁਸੀਂ ਉਹਦੀ ਡਿਟੇਲ ਦੇਣੀ ਹੈ। ਤੇ ਜਿਵੇਂ ਸ਼ਡਿਊਲਡ ਹੁੰਦੀ ਹੈ ਉਹ ਕਲਾਸ, ਤੁਹਾਨੂੰ ਬੈਕ ਕਾਲ ਆ ਜਾਏਗੀ। ਤੁਸੀਂ ਉਹਦੀ ਜੋ ਵੀ ਜਿਹੜੀ ਨੋਮੀਨਲ, ਅਸੀਂ ਇੱਕ ਬੜੀ ਨੋਮੀਨਲ ਦੀ ਫੀਸ ਰੱਖੀ ਹੈ, ਔਰ ਜਿੰਨੀ ਫੀਸ ਦੇ ਵਿੱਚ ਆਈ ਥਿੰਕ ਆਪਾਂ ਕੋਈ ਨਾਰਮਲ ਟੈਸਟ ਕਰਵਾਉਂਦੇ ਹਾਂ, ਉਨੀ ਫੀਸ ਦੇ ਵਿੱਚ ਤੁਸੀਂ ਪੂਰੇ ਮਹੀਨੇ ਦੀ ਇੱਕ ਸਾਇੰਸ ਕਲਾਸ ਅਟੈਂਡ ਕਰ ਲੈਂਦੇ ਹੋ। ਅੱਛਾ, ਬਹੁਤ ਸਾਰੀਆਂ ਦਵਾਈਆਂ ਬਚਦੀਆਂ ਨੇ, ਬਹੁਤ ਸਾਰਾ ਸਰੀਰ ਦਾ ਟਾਰਚਰ ਬਚਦਾ, ਬਹੁਤ ਸਾਰੇ ਲੱਛਣ ਬਿਮਾਰੀ 'ਚ ਜਾਣ ਤੋਂ ਬਚ ਜਾਂਦੇ ਨੇ, ਔਰ ਵੱਡੀ ਗੱਲ ਹੈ ਸਾਡੀ ਆਉਣ ਵਾਲੀ ਪੀੜ੍ਹੀ ਇਸ ਦਲਦਲ ਤੋਂ ਬਚ ਸਕਦੀ ਹੈਗੀ ਹੈ। ਡਾਕਟਰ ਸਾਹਿਬ, ਤੁਹਾਡਾ ਨਿਊਜ਼ ਏਸ਼ੀਆ ਪੰਜਾਬੀ ਨਾਲ ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ, ਤੇ ਮੈਂ ਉਮੀਦ ਕਰਦਾ ਕਿ ਇਹ ਜਾਣਕਾਰੀ ਸਾਰਿਆਂ ਨੂੰ ਪਸੰਦ ਆਈ ਹੋਵੇ। ਧੰਨਵਾਦ ਜੀ ਨਿਊਜ਼ ਏਸ਼ੀਆ ਪੰਜਾਬੀ ਦਾ, ਸਾਰੀ ਟੀਮ ਦਾ, ਦਰਸ਼ਕਾਂ ਦਾ। ਬਸ ਇੱਕੋ ਹੀ ਰਿਕੁਐਸਟ ਹੈ ਕਿ ਇਸ ਇਮੋਸ਼ਨਸ ਨੂੰ, ਇਸ ਭਾਵਨਾ ਨੂੰ ਦਰਸ਼ਕ ਜਿਹੜੇ ਦੇਖ ਰਹੇ ਨੇ ਉਹ ਸਮਝਣ ਕਿ ਇਹ ਚੀਜ਼ ਕਿਉਂ ਕੀਤੀ ਜਾ ਰਹੀ ਹੈ। ਅਲਟੀਮੇਟ
ਹਰ ਚੀਜ਼ ਦਾ ਹੱਲ ਦਿੱਤਾ ਹੈ ਪਰਮੇਸ਼ਰ ਨੇ। ਐਫਰਟ ਇਨਸਾਨ ਨੂੰ ਖੁਦ ਕਰਨਾ ਪਏਗਾ, ਆਪਣ ਹੱਥੀ ਆਪਣਾ ਆਪੇ ਹੀ ਕਾਜ ਸਵਾਰੀਏ। ਉਸ ਫਿਲਾਸਫੀ ਨੂੰ ਸਾਨੂੰ ਅਡਾਪਟ ਕਰਨਾ ਪਏਗਾ। ਤੁਸੀਂ ਧਾਰੋ, ਆਪਣੀ ਨੀਅਤ ਬਣਾਓ, ਆਪਣੀ ਸੋਚ ਬਣਾਓ। ਸਾਡੀ ਸੰਸਥਾ ਦਿਨ ਰਾਤ ਤੁਹਾਡੇ ਨਾਲ ਹੈ। ਤੁਸੀਂ ਦੱਸੋ ਕਿ ਤੁਸੀਂ ਆਪਣੀ ਆਉਣ ਵਾਲੀਆਂ ਪੀੜ੍ਹੀਆਂ ਨੂੰ 100 ਸਾਲ ਤੱਕ ਲਿਜਾਣਾ ਚਾਹੁੰਦੇ ਹੋ ਜਾਂ ਨਹੀਂ ਲਿਜਾਣਾ ਚਾਹੁੰਦੇ। ਜਿਹੜੇ ਲੈ ਕੇ ਜਾਣਾ ਚਾਹੁੰਦੇ, ਸੋਚ ਬਣਾਉਣਾ ਚਾਹੁੰਦੇ ਆ, ਇੱਕ ਵਾਰੀ ਕੰਟੈਕਟ ਕਰੋ ਔਰ ਇਸ ਸਾਇੰਸ ਕਲਾਸ ਨੂੰ ਇੱਕ ਵਾਰੀ ਤੁਸੀਂ ਅਟੈਂਡ ਕਰੋ। ਤੁਹਾਨੂੰ ਸਾਰੀ ਸਮਝ ਲੱਗ ਜਾਏਗੀ ਕਿ ਇਹ ਕਿੰਨਾ ਸੌਖਾ ਹੈ ਇਸ ਸਰੀਰ ਨੂੰ 100 ਸਾਲ ਤੱਕ ਲੈ ਕੇ ਜਾਣਾ। ਔਰ ਨੌਲੇਜ ਦੀ ਕਮੀ ਕਰਕੇ ਹੀ ਸਾਡੇ ਨਾਲ ਸਭ ਕੁਝ ਹੋ ਰਿਹਾ ਹੈ। ਔਰ ਮੈਂ ਥੈਂਕਸ ਵੀ ਕਰੂੰਗਾ ਨਿਊਜ਼ ਏਸ਼ੀਆ ਪੰਜਾਬੀ ਦਾ, ਜਿਹੜਾ ਇੰਨੀ ਅੱਛੀ ਇਨਫੋਰਮੇਸ਼ਨ ਨੂੰ ਲੋਕਾਂ ਤੱਕ ਪਹੁੰਚਾ ਰਹੇ ਨੇ, ਇਸ ਮੈਸੇਜ ਨੂੰ, ਇਸ ਮਿਸ਼ਨ ਨੂੰ ਲੋਕਾਂ ਤੱਕ ਪਹੁੰਚਾ ਰਹੇ ਨੇ। ਔਰ ਆਉਣ ਵਾਲੇ ਸਮੇਂ ਦੇ ਵਿੱਚ ਇਹ ਇੱਕ ਸੇਵਾ ਦੇ ਰੂਪ 'ਚ ਵੀ, ਔਰ ਜਨਰੇਸ਼ਨ ਨੂੰ, ਸਾਡੀ ਆਉਣ ਵਾਲੀ ਜਨਰੇਸ਼ਨ ਨੂੰ ਲੰਬੀ ਉਮਰ ਦੇ ਦੇਣ ਦੇ ਵਿੱਚ ਵੀ ਇੱਕ ਬਹੁਤ ਵੱਡੀ ਸੇਵਾ ਦੇ ਰੂਪ ਦੇ ਵਿੱਚ ਉੱਭਰ ਕੇ ਆਉਣਗੇ। ਬਹੁਤ ਧੰਨਵਾਦ ਡਾਕਟਰ। ਸੋ ਇਹ ਸਨ ਡਾਕਟਰ ਵਰਿੰਦਰ ਸਿੰਘ ਭੁੱਲਰ, ਜਿਨ੍ਹਾਂ ਨੇ ਸਾਨੂੰ ਇਹ ਦੱਸਿਆ ਕਿ ਆਪਾਂ ਸਰੀਰ ਜਿਹੜਾ ਉਹ ਬਿਮਾਰ ਕਿਉਂ ਹੋ ਜਾਂਦਾ ਹੈ। ਕੋਈ ਵੇਲਾ ਸੀ ਜਦੋਂ ਅਸੀਂ 100 ਸਾਲ ਤੋਂ ਵੱਧ ਉਮਰਾਂ ਭੋਗ ਕੇ ਜਿਹੜਾ ਸੀ ਉਹ ਵਾਪਸ ਦੇ ਸਫ਼ਰ ਨੂੰ ਤੁਰ ਪੈਂਦੇ ਸੀਗੇ। ਪਰ ਹੁਣ ਮਾਂ ਦੇ ਗਰਭ ਦੇ ਵਿੱਚੋਂ ਹੀ ਜਿਹੜਾ ਬੱਚਾ ਉਹ ਬਿਮਾਰੀਆਂ ਲੈ ਕੇ ਪੈਦਾ ਹੋ ਰਿਹਾ, ਇੱਥੋਂ ਤੱਕ ਕਿ ਇਨਸਾਨ ਧਰਤੀ ਤੇ ਪੈਦਾ ਹੋਣ ਲਈ ਤਰਸ ਰਿਹਾ। ਇਨਸਾਨ ਔਲਾਦ ਪੈਦਾ ਨਹੀਂ ਹੋ ਰਹੀ। ਇਹਨਾਂ ਹਾਲਾਤਾਂ ਦੇ ਵਿੱਚ ਜਿਹੜੇ ਪੈਦਾ ਹੋ ਚੁੱਕੇ ਨੇ, ਜਿਹੜੇ ਵੱਡੇ ਵੀ ਹੋ ਗਏ, ਉਹਨਾਂ ਨੂੰ ਬਿਮਾਰੀਆਂ ਨੇ ਘੇਰ ਰੱਖਿਆ। ਇੱਕ ਪਰਿਵਾਰ ਦੇ ਵਿੱਚ ਇੱਕ ਬੰਦਾ ਕਮਾਉਣ ਵਾਲਾ ਤੇ ਜਿਹੜੇ ਅੱਧਾ ਪਰਿਵਾਰ ਬਿਮਾਰ ਹੈ, ਉਹਦੀ ਅੱਧੀ ਕਮਾਈ ਜਿਹੜੀ ਹੈ ਡਾਕਟਰਾਂ ਕੋਲ ਜਾ ਰਹੀ ਹੈ। ਕਿਸ ਤਰ੍ਹਾਂ ਬਚੀਏ ਆਪਾਂ ਇਹਨਾਂ ਸਾਰੀਆਂ ਚੀਜ਼ਾਂ ਤੋਂ? ਕਿਹੜੀਆਂ ਚੀਜ਼ਾਂ ਇਹਦੇ 'ਚ ਲੋੜ ਨੇ? ਕਿਸ ਤਰੀਕੇ ਨਾਲ ਅਸੀਂ ਆਪਣੀਆਂ ਇੱਕ ਸਾਇੰਸ ਕਲਾਸਾਂ ਲਗਾ ਕੇ ਘੱਟ ਤੋਂ ਘੱਟ ਪੜ੍ਹਿਆ ਲਿਖਿਆ ਅਨਪੜ੍ਹ ਬੰਦਾ ਵੀ ਜਿਹੜਾ ਆਪਣੇ ਸਰੀਰ ਦੀ ਸਮਝ ਹਾਸਲ ਕਰ ਸਕਦਾ ਤੇ ਆਪਣਾ ਡਾਕਟਰ ਆਪ ਬਣ ਸਕਦਾ। ਸੋ ਤੁਹਾਨੂੰ ਇਹ ਗੱਲਬਾਤ ਕਿਵੇਂ ਲੱਗੀ? ਆਪਣੀ ਰਾਏ ਸਾਨੂੰ ਸਾਡੇ ਕਮੈਂਟ ਬਾਕਸ 'ਚ ਜ਼ਰੂਰ ਦੇਣਾ। ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਹੈ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ, ਤਾਂ ਕਿ ਇਸ ਦਾ ਫਾਇਦਾ ਹੋਰ ਅੱਗੇ ਤੇ ਅੱਗੇ ਸਾਰਿਆਂ ਨੂੰ ਹੋਵੇ। ਸਾਡੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਅਗਲੀ ਵਾਰ ਫੇਰ ਹਾਜ਼ਰ ਹੋਵਾਂਗੇ ਇੱਕ ਨਵੇਂ ਮੁੱਦੇ, ਇੱਕ ਨਵੇਂ ਮਹਿਮਾਨ ਦੇ ਨਾਲ। ਉਦੋਂ ਤੱਕ ਮੈਨੂੰ ਦਿਓ ਇਜਾਜ਼ਤ। ਧੰਨਵਾਦ।